ਬਲਿੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਜ਼ਰੀਆ। ਖੂਨਦਾਨ ਜ਼ਿੰਦਗੀ ਨਾਲ ਲੜ ਰਹੇ ਲੋਕਾਂ ਨੂੰ ਨਵਾਂ ਜੀਵਨ ਦਿੰਦਾ। ਜੀ ਹਾਂ, ਇਸ ਲਈ ਖੂਨਦਾਨ ਨੂੰ ਮਹਾਦਾਨ ਵੀ ਅਤੇ ਜੀਵਨਦਾਨ ਵੀ ਕਿਹਾ ਗਿਆ। ਖੂਨਦਾਨ ਦੇ ਸੰਦੇਸ਼ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਅਤੇ ਫਿਰ ਖੂਨ ਦੀ ਜ਼ਰੂਰਤ ਪੈਣ ਤੇ ਉਸ ਲਈ ਪੈਸੇ ਦੇਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ। ਔਰ ਕਿ ਟੀਚਰ ਨੂੰ ਧਿਆਨ ਵਿੱਚ ਰੱਖ ਕੇ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ 14 ਜੂਨ ਨੂੰ ਵਿਸ਼ਵ ਭਰ ਵਿੱਚ ਖੂਨਦਾਨ ਦਿਵਸ ਵੀ ਮਨਾਇਆ ਜਾਂਦਾ ਹੈ। विश्व सेहत संगठन ने साल 1997 ਵਿੱਚ 100% ਸਵੈ ਇੱਛਾ ਖੂਨਦਾਨ ਦੀ ਨੀਂਹ ਰੱਖੀ ਸੀ, ਜਿਸ ਕਾਰਨ ਅੱਜ ਵਿਸ਼ਵ ਦੇ ਤਕਰੀਬਨ 124 ਦੇਸ਼ਾਂ ਵਿੱਚ ਸਵੈ ਇੱਛਾ ਖੂਨਦਾਨ ਨੂੰ ਉਤਸ਼ਾਹਤ ਮਿਲ ਰਿਹਾ ਹੈ। ਤੰਜ਼ਾਨੀਆ ਦੀ ਗੱਲ ਕਰੀਏ ਤਾਂ ਇੱਥੇ 80% ਲੋਕ ਖੂਨਦਾਨ ਲਈ ਪੈਸੇ ਨਹੀਂ ਲੈਂਦੇ। ਉੱਥੇ ਬ੍ਰਾਜ਼ੀਲ ਅਤੇ ਫਿਰ ਆਸਟ੍ਰੇਲੀਆ ਵਿੱਚ ਤਾਂ ਇਹ ਕਾਨੂੰਨ ਵੀ ਹੈ ਕਿ ਕੋਈ ਵੀ ਖੂਨਦਾਨ ਲਈ ਪੈਸਿਆਂ ਦੀ ਮੰਗ ਨਹੀਂ ਕਰ ਸਕਦਾ। ਪਰ ਇਹ ਵੀ ਸੱਚ ਹੈ ਕਿ ਇਸ ਦੇ ਉਲਟ ਕਈ ਮੁਲਕਾਂ ਵਿੱਚ ਅੱਜ ਖੂਨਦਾਨ ਲਈ ਪੈਸੇ ਲੈਣ ਅਤੇ ਫਿਰ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ। ਇਹ ਸ਼ਰਮਨਾਕ ਹੈ ਕਿ ਕਈ ਦੇਸ਼ਾਂ ਵਿੱਚ ਖੂਨ ਦਾ ਵਪਾਰ ਹੋ ਰਿਹਾ ਹੈ। ਯਕੀਨਨ ਨਹੀਂ, ਮਸ਼ੀਨੀ ਯੁੱਗ ਨੂੰ ਨੇ ਸਾਡੀ ਸੋਚ ਨੂੰ ਜ਼ਹਿਰੀਲਾ ਅਤੇ ਫਿਰ ਹਮਦਰਦੀ ਨੂੰ ਨਿਗਲਣ ਦਾ ਕੰਮ ਕੀਤਾ ਹੈ। ਤਾਂ ਹੀ ਜ਼ਿੰਦਗੀ ਅਤੇ ਫਿਰ ਮੌਤ ਦਰਮਿਆਨ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਲਈ ਸਾਨੂੰ ਪੈਸੇ ਲੈਣ ਦੀ ਜ਼ਰੂਰਤ ਪੈ ਰਹੀ ਹੈ। ਸਮੇਂ ਤੇ ਖੂਨ ਨਾ ਮਿਲਣ ਅਤੇ ਫਿਰ ਪੈਸੇ ਨਾ ਹੋਣ ਕਾਰਨ ਭਾਰਤ ਵਿੱਚ ਹਰ ਸਾਲ 15 ਲੱਖ ਲੋਕਾਂ ਦੀ ਮੌਤ ਹੀ ਖੂਨ ਦੀ ਕਮੀ ਕਾਰਨ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਅਨੁਸਾਰ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਹਾਲਾਤ ਵਿੱਚ ਉਸ ਦੀ ਜਨਸੰਖਿਆ ਦਾ ਘੱਟੋ ਘੱਟ 1% ਖੂਨ ਰਾਖਵਾਂ ਹੋਣਾ ਹੀ ਚਾਹੀਦਾ ਹੈ। ਖੂਨ ਦੀ ਕਮੀ ਤੋਂ ਇਲਾਵਾ ਦੂਜੀ ਚਿੰਤਾਜਨਕ ਗੱਲ ਖੂਨ ਦੀ ਸ਼ੁੱਧਤਾ ਵੀ ਹੈ। ਇਸ ਲਈ ਅਸ਼ੁੱਧ ਖੂਨ ਚੜਾਉਣ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿਰਫ ਭਾਰਤ ਵਿੱਚ ਨਹੀਂ ਬਲਕਿ ਹੋਰਨਾਂ ਮੁਲਕਾਂ ਵਿੱਚ ਵੀ ਖੂਨਦਾਨ ਸੰਬੰਧੀ ਹਾਲੇ ਤੱਕ ਪੂਰੀ ਤਰ੍ਹਾਂ ਜਾਗਰੂਕਤਾ ਲਿਆਉਣੀ ਬਾਕੀ ਹੈ। ਜ਼ਿਆਦਾਤਰ ਲੋਕਾਂ ਵਿੱਚ ਹੁਣ ਵੀ ਇਹ ਵਹਿਮ ਹੀ ਫੈਲਿਆ ਹੋਇਆ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ, ਜੋ ਕਿ ਬਿਲਕੁਲ ਗਲਤ ਹੈ। ਜੀ ਹਾਂ, ਖੂਨਦਾਨ ਕਰਨ ਨਾਲ ਖੂਨ ਵੱਧਦਾ ਹੀ ਹੈ ਤੇ ਫਿਰ ਸਰੀਰ ਵਿੱਚ ਨਵੇਂ ਖੂਨ ਦਾ ਸੰਚਾਰ ਵੀ ਹੁੰਦਾ ਹੈ। ਆਖਰ ਕਿਉਂ ਜ਼ਰੂਰੀ ਹੈ ਖੂਨਦਾਨ ਕਰਨਾ ਅਤੇ ਫਿਰ ਪਲਾਜ਼ਮਾ ਦੇਣਾ? ਅਜੋਕੇ ਸਮੇਂ ਵਿੱਚ ਇਸ ਬਾਰੇ ਗੱਲਬਾਤ ਕਰਨ ਲਈ ਅੱਜ ਮੇਰੇ ਨਾਲ ਮੌਜੂਦ ਨੇ ਕੁਝ ਖਾਸ ਮਹਿਮਾਨ ਜੋ ਲਗਾਤਾਰ ਸਮੇਂ-ਸਮੇਂ ਤੇ ਖੂਨਦਾਨ ਕੈਂਪ ਵੀ ਲਗਾਉਂਦੇ ਰਹਿੰਦੇ ਨੇ ਅਤੇ ਸਮਾਜ ਸੇਵਾ ਵੀ ਕਰਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਇੱਕ ਕਰਕੇ ਮੈਂ ਤਾਰੁਫ ਤੁਹਾਡੇ ਨਾਲ ਕਰਾਉਣਾ, ਸਵਾਗਤ ਕਰਦਾ ਉਹਨਾਂ ਦਾ। ਸਭ ਤੋਂ ਪਹਿਲਾਂ ਤਾਂ ਗੁਰਪ੍ਰੀਤ ਸਿੰਘ ਬੱਲ ਸਾਡੇ ਨਾਲ ਜੁੜੇ ਹੋਏ ਨੇ, ਪ੍ਰਧਾਨ ਨੇ ਓਨਟਾਰੀਓ ਖਾਲਸਾ ਦਰਬਾਰ ਮਿਸੀਸਾਗਾ ਤੋਂ ਸਾਡੇ ਨਾਲ ਜੁੜੇ ਹੋਏ ਨੇ। ਬਹੁਤ-ਬਹੁਤ ਸਵਾਗਤ ਹੈ ਗੁਰਪ੍ਰੀਤ ਸਿੰਘ ਬੱਲ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਇਸ ਤੋਂ ਇਲਾਵਾ ਸਾਡੇ ਨਾਲ ਜੁੜੇ ਹੋਏ ਨੇ ਰਜਨੀ ਦੇ। ਤੁਹਾਨੂੰ ਦੱਸ ਦਈਏ ਕਿ ਬਲੱਡ ਬੈਂਕ ਦੀਨ ਦਿਆਲ ਉਪਾਧਿਆਏ ਹਸਪਤਾਲ ਹੈ ਦਿੱਲੀ ਵਿੱਚ, ਉਹਦੇ ਬਲੱਡ ਬੈਂਕ ਦੇ ਇੰਚਾਰਜ ਨੇ ਰਜਨੀ ਦੇ। ਰਜਨੀ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ। ਤੇ ਇਸ ਤੋਂ ਇਲਾਵਾ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ ਸਮਾਜ ਸੇਵੀ ਜਤਿੰਦਰ ਸਿੰਘ ਜੀ, ਦਿੱਲੀ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਜਤਿੰਦਰ ਸਿੰਘ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਮੇਂ-ਸਮੇਂ ਤੇ ਖੂਨਦਾਨ ਵਰਗੇ ਕੈਂਪ ਜਿਹੜੇ ਨੇ ਵੱਖ-ਵੱਖ ਥਾਵਾਂ ਤੇ ਲਗਾਉਂਦੇ ਰਹਿੰਦੇ ਨੇ। ਬਹੁਤ-ਬਹੁਤ ਸਵਾਗਤ ਜਤਿੰਦਰ ਜੀ ਇਸ ਖਾਸ ਪ੍ਰੋਗਰਾਮ ਵਿੱਚ। ਸੋ ਅੱਜ ਦਾ ਇੱਕ ਖਾਸ ਮਕਸਦ ਵੀ ਹੈ ਕਿਉਂਕਿ ਇਸ ਸਮੇਂ ਅਸੀਂ ਕੋਵਿਡ ਮਹਾਮਾਰੀ ਦੇ ਅਸੀਂ ਸ਼ਿਕਾਰ ਹਾਂ, ਸਾਰੀ ਪੂਰੀ ਦੁਨੀਆ ਇਸ ਕਾਲ ਵਿੱਚੋਂ ਲੰਘ ਰਹੀ ਹੈ ਤੇ ਇਸ ਤੋਂ ਪਾਰ ਪਾਉਣ ਲਈ ਵੀ ਕਈ ਲੋਕ ਜਿਹੜੇ ਕੋਵਿਡ-19 ਦੇ ਸ਼ਿਕਾਰ ਨੇ ਅਤੇ ਠੀਕ ਵੀ ਹੋ ਚੁੱਕੇ ਨੇ, ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਤੁਸੀਂ ਅੱਗੇ ਆਓ, ਪਲਾਜ਼ਮਾ ਦਿਓ, ਕਿਉਂਕਿ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਦਾ ਪਲਾਜ਼ਮਾ ਜਦੋਂ ਮਰੀਜ਼ਾਂ ਤੇ ਚੜਦਾ ਹੈ ਤਾਂ ਜ਼ਰੂਰ ਉਹਨਾਂ ਵਿੱਚ ਐਂਟੀਬਾਡੀ ਡਿਵੈਲਪ ਹੁੰਦੀ ਹੈ ਅਤੇ ਠੀਕ ਹੋਣ ਦੇ ਜਿਹੜੇ ਆਸਾਰ ਨੇ ਹੋਰ ਵੱਧ ਜਾਂਦੇ ਨੇ, ਜਿਹੜੀ ਠੀਕ ਹੋਣ ਦੀ ਫੀਸਦ ਦਰ ਹੈ ਉਹ ਵੀ ਵੱਧ ਜਾਂਦੀ ਹੈ। ਸੋ ਗੁਰਪ੍ਰੀਤ ਸਿੰਘ ਬੱਲ ਸਾਹਿਬ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਓਨਟਾਰੀਓ ਵਿੱਚ ਸਮੇਂ-ਸਮੇਂ ਤੇ ਗੁਰਦੁਆਰਾ ਸਾਹਿਬਾਨ ਵਿੱਚ ਓਨਟਾਰੀਓ ਖਾਲਸਾ ਦਰਬਾਰ ਵਿੱਚ ਵੀ ਸਾਲ ਵਿੱਚ, ਅਗਰ ਮੈਂ ਗਲਤ ਨਹੀਂ ਹਾਂ ਤਾਂ ਸਾਲ ਵਿੱਚ 2 ਵਾਰੀ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਕਦੋਂ ਇੱਕ ਖੂਨਦਾਨ ਕੈਂਪ ਲੱਗਦਾ ਤੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਉਤਸ਼ਾਹ ਲੋਕਾਂ ਵਿੱਚ ਵਿਖਾਈ ਦਿੰਦਾ ਹੈ? ਕਿਉਂਕਿ ਕਈ ਲੋਕਾਂ ਨੂੰ ਹਾਲਾਂ ਵੀ ਜਾਗਰੂਕ ਕਰਨ ਦੀ ਲੋੜ ਜਿਹੜੀ ਹੈ ਜ਼ਰੂਰ ਮਹਿਸੂਸ ਕੀਤੀ ਜਾਂਦੀ ਹੈ। ਪਹਿਲਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅਸੀਂ ਬਲੱਡ ਕੈਂਪ ਕੈਨੇਡਾ ਦੀ ਧਰਤੀ ਤੇ ਸਿੱਖ 1897 ਤੇ ਆਏ ਆ ਤੇ ਉਦੋਂ ਤੋਂ ਲੈ ਕੇ ਸਮੇਂ ਦਰ ਸਮੇਂ ਜਿੱਦਾਂ ਵੀ ਬਲੱਡ ਡੋਨੇਸ਼ਨ ਹੁੰਦਾ ਸੀ, ਇੰਡੀਵਿਜੂਅਲ ਕਿਤੇ ਜਾ ਕੇ ਰੈੱਡ ਕਰਾਸ ਨੂੰ ਜਾ ਕੇ ਦੇ ਆਉਂਦੇ ਸੀਗੇ। ਪਰ ਜਿਹੜੀ ਜ਼ਿਆਦਾ ਜਾਗਰਤੀ ਆਈ ਆ 1985 ਦੇ ਵਿੱਚ ਟੋਰਾਂਟੋ ਦੀ ਧਰਤੀ ਤੋਂ ਕੋਈ 70-80 ਕਿਲੋਮੀਟਰ ਤੇ ਇੱਕ ਬੈਰੀ ਟਾਊਨ ਹੈ, ਉੱਥੇ ਟਰਨੇਡੋ ਆਇਆ ਸੀਗਾ, ਇੱਕ ਬੜਾ ਵੱਡਾ ਤੂਫਾਨ। ਉਦੋਂ ਉੱਥੇ ਆਪਣੇ ਸਿੱਖ ਭਾਈਚਾਰੇ ਇੱਥੋਂ ਨੌਜਵਾਨ ਲੋਕਾਂ ਨੇ ਬੜੀ ਮਦਦ ਕੀਤੀ ਤੇ ਉਹਨਾਂ ਨੇ ਜਦੋਂ ਬਲੱਡ ਦੀ ਕਾਲ ਕੀਤੀ ਤੇ ਆਪਣੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੈਂਕੜੇ ਦੇ ਹਿਸਾਬ ਨਾਲ ਰੈੱਡ ਕਰਾਸ ਟੋਰਾਂਟੋ ਡਾਊਨਟਾਊਨ ਧਰਤੀ ਦੇ ਜਿੱਥੇ ਆਫਿਸ ਸੀ ਉਹਨਾਂ ਦਾ, ਉੱਥੇ ਬਲੱਡ ਦਾਨ ਕਰਕੇ ਆਏ ਤੇ ਫਿਰ ਸਮੇਂ ਉੱਥੇ ਹੀ ਜਾਂਦੇ ਸੀ ਦੇਣ। ਨਾਲੇ ਜਦੋਂ ਕਿ ਉਹਨਾਂ ਦਿਨਾਂ 'ਚ ਸਿੱਖ ਭਾਈਚਾਰੇ ਦਾ ਇੱਥੇ ਬੜਾ ਇੱਕ ਬੈਡ ਨੇਮ ਸੀ, ਮੀਡੀਆ 'ਚ ਆਮ ਲੋਕਾਂ 'ਚ ਆਪਾਂ ਨੂੰ ਨਫ਼ਰਤ ਕਰਦੇ ਸੀਗੇ। ਫਿਰ ਅਸੀਂ ਸੋਚ ਕੇ ਜੀ ਇਹ ਸਾਰਾ ਡਿਕਸੀ ਗੁਰਦੁਆਰਾ ਗੁਰੂ ਦੀ ਬਖਸ਼ਿਸ਼ ਨਾਲ, ਮੈਂ ਇਹ ਕਹਿੰਦਾ ਵੀ ਇੰਡੀਆ ਤੋਂ ਬਾਹਰ ਦੁਨੀਆ ਦਾ ਸਾਰਾ ਨਾਲੋਂ ਵੱਡਾ ਗੁਰਦੁਆਰਾ ਜੀ ਇਸ ਵੇਲੇ
ਤੇ ਉੱਥੇ ਫਿਰ ਉਸ ਵੇਲੇ ਪ੍ਰਬੰਧਕ, ਅਸੀਂ ਵੀ ਨਾਲ ਹੀ ਸੀ ਪ੍ਰਬੰਧਕ ਉਦੋਂ, ਤੇ ਉੱਥੇ ਬਲੱਡ ਕੈਂਪ ਇਹ ਕੱਲ ਵੀ 20-22 ਸਾਲ ਹੋ ਗਏ ਆ ਲਗਾਤਾਰ ਉੱਥੇ ਚੱਲਦਾ ਆ ਰਿਹਾ, ਸਾਲ ਦੇ ਵਿੱਚ 2 ਵਾਰੀ। ਇੱਕ ਆਪਾਂ ਜੂਨ ਦੇ ਵਿੱਚ ਜੀ ਕਰਦੇ ਆ ਜੀ, ਤੇ ਜੂਨ ਯਾਦ ਦੇ ਵਿੱਚ, ਤੇ ਉਧਰੋਂ ਨਵੰਬਰ ਦਾ ਜਿਹੜਾ ਜੈਨੋਸਾਈਡ ਆ ਉਹਦੀ ਯਾਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਤੇ। ਉਹ ਪਹਿਲਾਂ ਤਾਂ ਸੀਗਾ ਹੁੰਦਾ ਵੀ ਤੁਸੀਂ ਵਾਕੇ ਨਾ ਆ ਜਾਓ ਤੇ ਉੱਥੇ ਬਲੱਡ ਨਾ ਲਿਖਾਓ ਤੇ ਟੈਸਟ ਕਰਾਓ ਤੇ ਆਪਣਾ ਬਲੱਡ ਦੇ ਜਾਓ, ਪਰ ਹੁਣ ਜੀ ਆ ਕਰੋਨਾ ਕਰਕੇ ਉਹ ਆਨਲਾਈਨ ਹੀ ਕਰਨਾ ਪੈਂਦਾ ਸਾਰਾ ਕੁਝ, ਅਪਾਇੰਟਮੈਂਟ ਬਣਾ ਕੇ। ਤੇ ਮੈਂ ਇਹ ਕਹਿੰਦਾ ਵੀ ਲੋਕਾਂ ਸੰਗਤਾਂ ਦੇ ਵਿੱਚ ਇਕੱਲੇ ਸਾਡੇ ਭਾਈਚਾਰਾ ਨਹੀਂ ਗਾ, ਦੂਜੀਆਂ ਕੌਮਾਂ, ਬਾਹਰਲੇ ਗੋਰੇ ਵੀ ਆ, ਕਾਲੇ ਜਿੰਨੇ ਵੀ ਹੈਗੇ ਉਹ ਪੜ੍ਹਦੇ ਆ ਜੀ ਰੈੱਡ ਕਰਾਸ ਦੇ ਥਰੂ, ਜੀ ਇੱਥੇ ਆ ਕੇ ਗੁਰਦੁਆਰਾ ਸਾਹਿਬ ਬਲੱਡ ਦਿੰਦੇ ਆ। ਜਿੱਦਾਂ ਪਿਛਲੇ ਹਫ਼ਤੇ ਬਲੱਡ ਕੈਂਪ ਜੋ ਤੁਸੀਂ ਦਿਖਾ ਰਹੇ ਸੀ, ਉਹ ਬਹੁਤ ਹੀ ਜੀ ਜ਼ਿਆਦਾ, ਹਾਲਾਂਕਿ ਇੰਨਾ ਕਰੋਨਾ ਮਹਾਂਮਾਰੀ ਕਰਕੇ ਫਿਰ ਵੀ ਉੱਥੇ ਜੀ 80 ਜਿਹੜੇ ਆ ਵੀ ਸੰਗਤਾਂ ਆਈਆਂ ਤੇ ਜਿਹੜਾ ਬਲੱਡ ਦੇ ਕੇ ਜੀ ਗਈਆਂ ਇਹਨਾਂ ਦੇ ਵਿੱਚ ਵੀ ਜੀ। ਤੇ ਇਹ ਫਿਰ ਠੀਕ ਹੈ ਗੁਰਦੁਆਰਾ ਸਾਹਿਬ ਵਿੱਚ ਪਿਛਲੇ 20-22 ਸਾਲ ਤੋਂ ਹੋ ਰਿਹਾ। ਤੇ ਪਿਛਲੇ ਜੀ ਸਾਲ ਜੋ ਰੈੱਡ ਕਰਾਸ ਨੇ ਸਾਨੂੰ ਜਿਹੜੀ ਰਿਪੋਰਟ ਦਿੱਤੀ ਬਈ ਸਿੱਖ ਭਾਈਚਾਰੇ ਵੱਲੋਂ ਬਲੱਡ ਕੈਂਪ ਹਰ ਸ਼ਹਿਰਾਂ 'ਚ ਲੱਗਦਾ ਆ, ਆਲਮੋਸਟ ਜੀ 1.5 ਲੱਖ ਤੋਂ ਉੱਪਰ ਜ਼ਿੰਦਗੀਆਂ ਬਚਾ ਚੁੱਕੇ ਆ ਜੀ ਆਪਣੀ ਭਾਈਚਾਰੇ ਦੇ। ਇਹ ਉਨੀ ਰੈੱਡ ਕਰਾਸ ਨੇ ਆਪਣਾ ਨਾਂ ਲਿਖਿਆ ਵਾ ਵੀ ਸਿੱਖ ਕਮਿਊਨਿਟੀ ਵੱਲੋਂ ਜਿਹੜਾ ਬਲੱਡ ਸਾਰੀ ਕੈਨੇਡਾ ਦੇ ਵਿੱਚ ਹਰ ਸ਼ਹਿਰ 'ਚ ਲੱਗਦਾ, ਤੇ 1.5 ਲੱਖ ਤੋਂ ਉੱਪਰ ਜੀ ਜਿਹੜੀ ਇਹ ਜ਼ਿੰਦਗੀ ਆਪਾਂ ਬਚਾ ਚੁੱਕੇ ਆ। ਤੇ ਮੈਂ ਇਹੋ ਹੀ ਬੇਨਤੀ ਕਰਦਾ ਆਪਦੇ ਚੈਨਲ ਦੇ ਥਰੂ ਬਈ ਸੰਗਤਾਂ ਨੂੰ ਜਿੱਥੇ ਜਿੱਥੇ ਵੀ ਹੈਗੇ ਆ ਵੀ ਬਲੱਡ ਜ਼ਰੂਰ ਦਿਆ ਕਰੋ। ਇਹਦੇ ਨਾਲ ਸਰੀਰ ਦਾ ਕੁਝ ਨਹੀਂ ਜਾਂਦਾ। ਐਕਸਪਰਟ ਭੈਣ ਜੀ ਹੁਣੀ ਬੈਠੇ ਇੱਥੇ, ਅਸੀਂ ਤਾਂ ਚਲੋ ਇੱਕ ਜੀ ਸੇਵਾ ਦੇ ਤੌਰ ਤੇ ਸੇਵਾ ਕਰਦੇ ਆ, ਸੰਗਤਾਂ ਨੂੰ ਗਾਈਡ ਕਰਦੇ ਆ ਵੀ ਭਾਈ ਆਓ, ਇਹਦੇ ਵਿੱਚ ਬੜੀ ਵੱਡੀ ਲੋੜ ਹੈ ਆਪਾਂ ਨੂੰ ਵੀ ਹਾਂ ਚਲੋ ਜੀ ਹਰ ਮੁਲਕ ਦਾ ਆਪਾਂ ਸਿਸਟਮ, ਜਿੱਦਾਂ ਤੁਸੀਂ ਪਹਿਲਾਂ ਬੋਲਿਆ ਵਾ, ਤੇ ਇੰਡੀਆ ਦੇ ਵਿੱਚ ਵੀ ਜੇ ਕਿਤੇ ਜਿੱਡਾ ਵੱਡਾ ਇਹ ਮੁਲਕ ਆ, ਤੇ ਜੇ ਇੱਥੋਂ ਦੇ ਅਸੂਲਾਂ ਵਾਂਗੂ ਬਲੱਡ ਫ੍ਰੀ ਦਵੇ ਵੀ ਜਿਹੜੇ ਕੋਈ ਮਰੀਜ਼ ਜੀ ਆਉਂਦੇ ਆ ਗਲਤ ਨਾ ਹੋਵੇ ਜਾਂ ਕਿੱਦਾਂ, ਸਿਸਟਮ ਨੂੰ ਸਹੀ ਤਰੀਕੇ 'ਚ ਲਿਆਉਣ ਦੀ ਲੋੜ ਆ। ਜੀ ਤੇ ਸੰਗਤ ਵੱਲੋਂ, ਭਾਈਚਾਰੇ ਵੱਲੋਂ ਬਲੱਡ ਕੈਂਪ ਲਾਉਣ ਤੇ ਬਲੱਡ ਦੇਣ ਦੀ ਕੋਈ ਕਿਸੇ ਚੀਜ਼ ਦੀ ਵੀ ਘਾਟ ਨਹੀਂ, ਸਿਰਫ ਬਿਲਕੁਲ ਸਿਸਟਮ ਬਿਲਕੁਲ ਥੋੜੇ ਗੁਰਪ੍ਰੀਤ ਜੀ, ਤੁਸੀਂ ਵਧਾਈ ਦੇ ਪਾਤਰ ਹੋ, ਕਿਉਂਕਿ ਸਮੇਂ-ਸਮੇਂ ਤੇ ਤੁਸੀਂ ਇਹ ਜਿਹੇ ਸ਼ਲਾਘਾਯੋਗ ਜਿਹੜੇ ਕੈਂਪ ਲਗਾਉਂਦੇ ਹੈਗੇ ਹੋ, ਵਧਾਈ ਦੇ ਪਾਤਰ ਹੋ ਤੁਸੀਂ, ਕਿਉਂਕਿ ਲੋਕਾਂ ਨੂੰ ਇਕੱਠਾ ਕਰਨਾ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਵੀ ਹੈਗਾ, ਔਰ ਲੋਕਾਂ ਨੂੰ ਉਤਸ਼ਾਹਿਤ ਕਰਨਾ ਕਿ ਤੁਸੀਂ ਆਪਣੇ ਸਰੀਰ ਵਿੱਚੋਂ ਖੂਨਦਾਨ ਕਰੋ, ਸਰੀਰ ਵਿੱਚੋਂ ਖੂਨ ਕੱਢ ਕੇ ਕਿਸੇ ਹੋਰ ਦੇ ਸਰੀਰ ਲਈ ਖੂਨਦਾਨ ਕਰੋ। ਬਹੁਤ ਜ਼ਿਆਦਾ ਮੁਸ਼ਕਿਲ ਵੀ ਹੋ ਜਾਂਦਾ ਕਿਉਂਕਿ ਇਹ ਲੋਕਾਂ ਨੂੰ ਸਮਝਾਉਣਾ। ਜਤਿੰਦਰ ਜੀ, ਮੈਂ ਤੁਹਾਡੇ ਕੋਲ ਹੀ ਆਵਾਂਗਾ, ਤੁਹਾਡੇ ਤੋਂ ਜਾਣਨਾ ਚਾਹਾਂਗਾ, ਕਿਉਂਕਿ ਤੁਸੀਂ ਵੀ ਸਮੇਂ-ਸਮੇਂ ਤੇ ਖੂਨਦਾਨ ਜਿਹੜੇ ਕੈਂਪ ਲਗਾਉਂਦੇ ਰਹਿੰਦੇ ਹੋ। ਜਦੋਂ ਲੋਕੀ ਆਉਂਦੇ ਨੇ ਉਤਸ਼ਾਹਿਤ ਹੋ ਕੇ, ਦਿਲ ਨੂੰ ਬੜੀ ਖੁਸ਼ੀ ਮਿਲਦੀ ਹੋਏਗੀ ਕਿ ਲੋਕੀ ਸਾਡੀਆਂ ਗੱਲਾਂ ਸੁਣ ਕੇ ਆ ਰਹੇ ਨੇ ਔਰ ਖੂਨਦਾਨ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਅਫਸੋਸ ਵੀ ਅੱਜ ਸਾਨੂੰ ਜ਼ਰੂਰ ਕਰਨਾ ਪੈਂਦਾ, ਕਿਉਂਕਿ ਲੱਖਾਂ ਲੋਕ ਅੱਜ ਖੂਨਦਾਨ ਕਰਦੇ ਨੇ, ਪਰ ਫਿਰ ਵੀ ਜਦੋਂ ਬਲੱਡ ਬੈਂਕ ਦੇ ਅਸੀਂ ਵੱਲ ਦੇਖਦੇ ਹਾਂ ਤਾਂ ਬਲੱਡ ਬੈਂਕ ਵਿੱਚ ਖੂਨ ਦੀ ਕਮੀ ਹਮੇਸ਼ਾ ਵੇਖੀ ਜਾਂਦੀ ਹੈ। ਕੀ ਕਹੋਗੇ ਜਤਿੰਦਰ ਜੀ? ਮੈਂ ਪਹਿਲੇ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਆਪ ਜੀ ਦਾ ਚੜ੍ਹਦੀ ਕਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ, ਚੜ੍ਹਦੀ ਕਲਾ ਟਾਈਮ ਟੀਵੀ ਦਾ, ਜਿਹੜਾ ਕਿ ਸਾਨੂੰ ਉਹਨਾਂ ਨੇ ਯਾਦ ਕੀਤਾ ਔਰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ। ਤੇ ਜਿਵੇਂ ਕਿ ਗੱਲ ਆਪ ਜੀ ਨੇ ਕੀਤੀ ਹੈ ਵੀਰ ਜੀ, ਕਿ ਵੀ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਬਲੱਡ ਅੱਜ ਅਸੀਂ ਇੰਨੇ ਸਾਲਾਂ ਬਾਅਦ ਵੀ ਅਸੀਂ ਅੱਜ ਗੱਲ ਕਰ ਰਹੇ ਹਾਂ। ਮੇਰੇ ਖਿਆਲ ਮੈਨੂੰ 97 ਚ ਪਹਿਲਾ ਬਲੱਡ ਕੈਂਪ ਕੀਤਾ ਸੀਗਾ, ਤੇ ਅੱਜ 23 ਜੀ ਸਾਲ ਹੋ ਗਏ ਨੇ, ਤੇ ਅਸੀਂ ਅਲੱਗ-ਅਲੱਗ ਲੋਕੇਸ਼ਨਸ ਤੇ ਬਲੱਡ ਕੈਂਪਸ ਕਰਦੇ ਆ ਰਹੇ ਹਾਂ। ਉਹਦਾ ਸਾਡਾ ਕਾਰਨ ਇਹੀ ਸੀ ਅਲੱਗ-ਅਲੱਗ ਲੋਕੇਸ਼ਨਸ ਤੇ ਬਲੱਡ ਕੈਂਪਸ ਕਰਨ ਦਾ, ਕਿ ਵੀ ਜਿਹੜੀ ਅਸੀਂ ਨਵੀਂ ਪੁਆਇੰਟ ਤੇ ਜਾ ਕੇ ਅਗਰ ਬਲੱਡ ਕੈਂਪਸ ਕਰਦੇ ਹਾਂ ਤੇ ਉੱਥੇ ਦੇ ਜਿਹੜੇ ਲੋਕਲ ਵਸੀਕ ਨੇ ਜਾਂ ਲੋਕਲ ਮਾਰਕੀਟ ਦੇ ਲੋਕ ਨੇ, ਉਹਨਾਂ ਵਿੱਚ ਅਵੇਅਰਨੈਸ ਜਾਏ, ਔਰ ਉਹ ਲੋਕ ਇੱਕ ਵਾਰੀ ਜਿਹੜੀ ਬਲੱਡ ਹੈਜੀਟੇਸ਼ਨ ਹੁੰਦੀ ਹੈ, ਜਿਹੜਾ ਪਹਿਲਾ ਡੋਨੇਸ਼ਨ ਹੈ, ਉਹ ਇੱਕ ਫਸਟ ਟਾਈਮ ਡੋਨਰ ਜਿਹੜਾ ਉਹ ਹੈਜੀਟੇਟ ਕਰਦਾ ਹੈ। ਜਦ ਅਸੀਂ ਉਹਨੂੰ ਕਾਉਂਸਲਿੰਗ ਕਰਦੇ ਹਾਂ, ਜਦ ਉਹਦੇ ਨਾਲ ਖੜੇ ਹੋ ਕੇ ਆਪ ਗੱਲਬਾਤ ਕਰਦੇ ਕਰਦੇ 5-10 ਮਿੰਟ ਦੇ ਵਿੱਚ ਉਹਦੇ ਨਾਲ ਹੋ ਜਾਂਦੀ ਹੈ, ਉਹਨੂੰ ਇੱਕ ਚੀਜ਼ਾਂ ਕਿ ਹੈਜੀਟੇਸ਼ਨ ਖਤਮ ਹੋ ਜਾਂਦੀ ਹੈ ਕਿ ਵੀ ਇਹ ਤਾਂ ਕੁਝ ਵੀ ਨਹੀਂ ਹੈ, ਤੇ ਮੇਰਾ ਇੱਕ ਮਤਲਬ 5-7 ਮਿੰਟ 10 ਮਿੰਟ ਦੇ ਵਿੱਚ ਬਲੱਡ ਡੋਨੇਸ਼ਨ ਹੋ ਗਿਆ, ਮੈਂ ਐਵੇਂ ਹੀ ਘਬਰਾਉਂਦਾ ਸੀਗਾ। ਉਸ ਤੋਂ ਬਾਅਦ ਉਹ ਬੰਦਾ ਰੈਗੂਲਰ ਡੋਨਰ ਬਣ ਜਾਂਦਾ ਹੈ, ਔਰ ਸਾਡੇ ਕੋਲ ਉਹਦਾ ਡਾਟਾ ਹੋ ਜਾਂਦਾ ਹੈ। ਅਸੀਂ ਉਹਨੂੰ ਫਿਰ ਜਦ ਉਹਦੇ 3 ਮੰਥਸ ਕੰਪਲੀਟ ਹੁੰਦੇ, ਉਹਨੂੰ ਇੱਕ ਵਾਰੀ ਜ਼ਰੂਰ ਕਾਲ ਕਰਦੇ ਹਾਂ ਕਿ ਤੁਸੀਂ ਹੁਣ ਕਿਸੇ ਹੋਰ ਦੀ ਮਦਦ ਕਰ ਸਕਦੇ ਹੋ, ਔਰ ਜਿਹੜੇ ਵੀ ਉਹਨਾਂ ਦੇ ਡਾਊਟਸ ਹੁੰਦੇ ਉਸ ਟਾਈਮ ਅਸੀਂ ਕਲੀਅਰ ਕਰਦੇ ਹਾਂ। ਇਹ ਗੱਲ ਸੱਚ ਹੈ ਕਿ ਅੱਜ ਦਿੱਲੀ ਵਰਗੇ ਸ਼ਹਿਰ 'ਚ ਅਸੀਂ ਬੈਠੇ ਹਾਂ, ਲੇਕਿਨ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਵੀ ਬਹੁਤ ਬਲੱਡ ਦੀ ਕਮੀ ਹੈ, ਹਾਲਾਂਕਿ ਕੈਪੀਟਲ ਹੈ ਸਾਡੀ, ਲੇਕਿਨ ਹੋਰ ਅਗਰ ਸਟੇਟ ਦੀ ਗੱਲ ਕਰੀਏ ਤਾਂ ਫਿਰ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈਗੀਆਂ ਨੇ। ਲੇਕਿਨ ਜਿਵੇਂ ਕਿ ਗੁਰਪ੍ਰੀਤ ਵੀਰ ਜੀ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਇੰਨਾ ਉੱਥੇ ਸ਼ੁਰੂ ਕੀਤਾ, ਤੇ ਅੱਜ ਗੁਰੂ ਸਾਹਿਬ ਦੀ ਬੜੀ ਕਿਰਪਾ ਉਹਨਾਂ ਤੇ,
ਤੇ ਮੈਂ ਬੜਾ ਉਹਨਾਂ ਦੀ ਵੀ ਬਹੁਤ ਪ੍ਰੇਜ਼ ਕਰਦਾ ਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਵਾਕਈ ਗੁਰੂ ਸਾਹਿਬ ਦਾ ਹੱਥ ਹੈ ਉਹਨਾਂ ਦੇ ਸਿਰ ਤੇ, ਜਿਹੜੀ ਉਹ ਗੁਰੂ ਸਾਹਿਬ ਆਪ ਬਿਲਕੁਲ ਸੇਵਾ ਹੈ ਲੈ ਰਹੇ ਨੇ। ਔਰ ਵਿਸ਼ਵ ਜਿਹੜਾ ਹੈ ਉਹ ਸਿੱਖੀ ਜਿਹੜੀ ਹੈ ਉਹ ਇਸ ਚੀਜ਼ ਇਹਨਾਂ ਸਾਰੀ ਸੇਵਾਵਾਂ ਵਿੱਚ ਲੱਗੇ ਹੋਏ ਨੇ। ਬਿਲਕੁਲ ਜਤਿੰਦਰ ਜੀ, ਤੁਸੀਂ ਵੀ ਵਧਾਈ ਦੇ ਪਾਤਰ ਹੋ, ਕਿਉਂਕਿ 23 ਸਾਲ ਲਗਾਤਾਰ ਵੱਖ-ਵੱਖ ਥਾਵਾਂ ਤੇ ਜਾ ਕੇ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਕੋਈ ਸੌਖਾ ਕੰਮ ਨਹੀਂ ਹੈ, ਕਿਉਂਕਿ ਕਹਿਣ ਨੂੰ ਬਹੁਤ ਸੌਖੀ ਚੀਜ਼ ਲੱਗਦੀ ਹੈ ਲੇਕਿਨ ਜਦੋਂ ਪ੍ਰੈਕਟੀਕਲੀ ਬੰਦਾ ਆਉਂਦਾ ਹੈ ਤਾਂ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਇੱਥੇ ਪੈਂਦਾ ਹੈ। ਗੁਰਪ੍ਰੀਤ ਜੀ, ਇੱਕ ਵਾਰੀ ਫਿਰ ਤੁਹਾਡੇ ਕੋਲ ਆਵਾਂਗਾ, ਉਸ ਤੋਂ ਪਹਿਲਾਂ ਰਜਨੀ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? लगता मेरी रजनी जी तक आवाज नहीं पहुंची, जिवें वो साडे नाल कनैक्ट होंदे ने असीं फिर उन्हां नाल राबता कायम करदे हां। गुरप्रीत जी, मैं तुहाडे तों करना चाहांगा, क्योंकि लगातार जिहड़ा हैगा ਵੱਖ-ਵੱਖ ਥਾਵਾਂ ਤੇ ਜਦੋਂ ਬਲੱਡ ਡੋਨੇਸ਼ਨ ਕੈਂਪ ਲਗਾਏ ਜਾਂਦੇ ਨੇ, ਲੋਕਾਂ ਨੂੰ ਉਤਸ਼ਾਹਿਤ ਕਰਨਾ ਸਭ ਤੋਂ ਜ਼ਿਆਦਾ ਔਖਾ ਕੰਮ ਹੁੰਦਾ ਹੈ, ਕਿਉਂਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਬੈਠਣ ਦੀ ਆਦਤ ਹੁੰਦੀ ਹੈ ਔਰ ਅਜਿਹੇ ਕੈਂਪ ਤੋਂ ਲੋਕੀ ਦੂਰ ਹੀ ਰਹਿਣਾ ਪਸੰਦ ਕਰਦੇ ਨੇ। ਬਹੁਤ ਗਿਣੇ ਚੁਣੇ ਲੋਕ ਹੀ ਹੁੰਦੇ ਨੇ ਜਿਨ੍ਹਾਂ ਨੂੰ ਆਦਤ ਪੈ ਜਾਂਦੀ ਹੈ ਔਰ ਉਹ ਅੱਗੇ ਆ ਕੇ ਸੋਸ਼ਲ ਕਾਜ਼ ਵਿੱਚ ਆਪਣਾ ਹੱਥ ਅੱਗੇ ਵਧਾਉਂਦੇ ਨੇ। ਪਰ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣਾ, ਉਹਨਾਂ ਨੂੰ ਉਤਸ਼ਾਹਿਤ ਕਰਨਾ ਔਰ ਉਹਨਾਂ 'ਚ ਜਾਗਰੂਕਤਾ ਪੈਦਾ ਕਰਨਾ, ਤੁਹਾਨੂੰ ਕੀ ਲੱਗਦਾ ਕਿ ਕਿੰਨਾ ਔਖਾ ਕੰਮ ਹੈਗਾ ਇਹ? ਮੈਂ ਭਾਈ ਭੁਪਿੰਦਰ ਸਿੰਘ ਜੀ, ਮੈਂ ਜਿੰਨਾ ਕੁ ਪਿਛਲੇ 38 ਸਾਲ ਹੋ ਗਏ ਭਾਈਚਾਰੇ 'ਚ ਵਿਚਰਦਿਆਂ ਨੂੰ, ਮੈਂ ਮਹਿਸੂਸ ਕੀਤਾ ਵੀ ਸਾਨੂੰ ਭਾਈਚਾਰੇ ਨੂੰ ਦੱਸਣ ਲੱਗਿਆ ਕੋਈ ਝਿਜਕ ਨਹੀਂ, ਨਾ ਸਾਨੂੰ ਆਪਣੇ ਭਾਈਚਾਰੇ ਵੱਲੋਂ। ਮੇਰਾ ਭਾਈਚਾਰਾ ਦਾ ਕਹਿਣ ਇਕੱਲਾ ਸਿੱਖ ਭਾਈਚਾਰਾ ਨਹੀਂਗਾ, ਕੈਨੇਡਾ ਇੱਕ ਮਲਟੀਕਲਚਰ ਕੰਟਰੀ ਆ। ਹਰ ਨੇਸ਼ਨ ਦੇ ਜਿਹੜੀ ਵੀ ਉੱਥੇ ਕੋਈ ਕਾਲੇ, ਗੋਰੇ, ਪੀਲੇ, ਚੀਨੇ, ਜਿਹੜੀਆਂ ਵੀ ਕੌਮਾਂ ਹੈਗੀਆਂ, ਉਹ ਰੈੱਡ ਕਰਾਸ ਦੀ ਇੱਕ ਤਾਂ ਸਾਡਾ ਬੜਾ ਸਾਥ ਦੇ ਰਹੀ ਆ। ਉਹ ਹਰ ਭਾਈਚਾਰੇ ਦੇ ਵਿੱਚ ਉਹ ਮੈਸੇਜ ਭੇਜ ਦਿੰਦੀ ਆ। ਨੰਬਰ 2 ਤੇ ਜੋ ਕੈਨੇਡਾ ਦਾ ਸਾਡਾ ਪੰਜਾਬੀ ਮੀਡੀਆ, ਹਿੰਦੀ ਮੀਡੀਆ ਜਾਂ ਇੱਥੇ ਜਿੰਨੇ ਵੀ ਮੀਡੀਆ ਵਾਲੇ ਹੈਗੇ ਆ, ਉਹਨਾਂ ਨੂੰ ਅਸੀਂ ਈਮੇਲ ਭੇਜਦੇ ਹਾਂ, ਪ੍ਰੈਸ ਰਿਲੀਜ਼ ਭੇਜਦੇ ਹਾਂ ਵੀ ਫਲਾਣੇ ਤੇ, ਵੀ ਉਹਨਾਂ ਭਰਾਵਾਂ ਦਾ ਜਿੰਨਾ ਸਾਡਾ ਮੀਡੀਆ ਬਹੁਤ ਬਹੁਤ ਵੱਡਾ ਯੋਗਦਾਨ ਆ। ਸਾਡਾ ਦਾਸ ਦਾ ਉਹਨਾਂ ਅੱਗੇ ਸਿਰ ਝੁਕਦਾ, ਤੇ ਸਾਰਿਆਂ ਨਾਲੋਂ ਵੱਡਾ ਪਲੇਟਫਾਰਮ ਜਿੰਨੇ ਗੁਰਦੁਆਰਾ ਸਾਹਿਬਾਨ ਆ ਇੱਥੇ ਕੈਨੇਡਾ ਦੇ ਵਿੱਚ, ਜਿਹੜੇ ਸ਼ਹਿਰ ਦੇ ਵਿੱਚ, ਜਿਹੜੇ ਹਲਕੇ 'ਚ, ਜਿਹਦਾ ਕਹਿ ਲਓ ਇੱਥੇ ਮਹੱਲੇ ਕਹਿੰਦੇ ਆ, ਸਾਡੇ ਇੱਥੇ ਵੱਖੋ ਛੋਟੇ ਛੋਟੇ ਟਾਊਨ ਆ, ਉਹਨਾਂ ਜਿੱਥੇ ਜਿਹੜੇ ਮਹੱਲੇ ਜਾਂ ਕਹਿ ਲਓ ਲੱਗਦਾ, ਉੱਥੇ ਉਸ ਗੁਰਦੁਆਰੇ ਦਾ ਪਲੇਟਫਾਰਮ ਯੂਜ਼ ਕਰਕੇ ਜੋ ਉੱਥੋਂ ਦੇ ਪ੍ਰਧਾਨ ਸੈਕਟਰੀ ਆ ਉਹ ਅਨਾਊਂਸ ਕਰਦੇ ਰਹਿੰਦੇ ਸਟੇਜ ਤੋਂ। ਤੇ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਤੇ ਸੰਗਤ ਦੇ ਵਿੱਚ ਮੈਂ ਇਹ ਕਹਿੰਦਾ, ਜਦੋਂ ਬਲੱਡ ਹਲੇ ਇਹ ਤਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਕੈਂਪ ਲਾਉਂਦੇ ਆ, ਪਰ ਇੰਡੀਵਿਜੂਅਲ ਤੌਰ ਤੇ ਬਹੁਤ ਬਹੁਤ ਭਾਈਚਾਰਾ ਆਪਣਾ ਵੀ, ਸਾਰਿਆਂ ਦੂਜਿਆਂ ਦੇ ਵਿੱਚੋਂ ਰੈੱਡ ਕਰਾਸ ਉਹ ਹਰ 3 ਮਹੀਨੇ ਬਾਅਦ ਜਾ ਕੇ ਆਪਣਾ ਆਪ ਬਲੱਡ ਉੱਥੇ ਡੋਨੇਟ ਕਰਕੇ ਆਉਂਦੇ ਆ। ਜਿਹੜੇ ਕੈਂਪਾਂ 'ਚ ਆ ਉਹ ਵੱਖਰੇ ਆ, ਜਿਹੜੇ ਇੰਡੀਵਿਜੂਅਲ ਤੌਰ ਤੇ ਬਹੁਤ ਜਾਂਦੇ ਆ ਜੀ ਇੱਥੇ, ਉਹਨਾਂ 'ਚ ਸ਼ੌਂਕ ਕਹਿ ਲਓ ਵੀ ਇਹ ਸਾਡਾ ਹਿੱਸਾ ਇਹ ਪੈਣਾ ਚਾਹੀਦਾ ਇੱਥੋਂ ਦੇ ਬਲੱਡ ਕੈਂਪ ਦੇ ਵਿੱਚ, ਤੇ ਇਹ ਬੜੀ ਜ਼ਿੰਮੇਵਾਰੀ ਸਾਡੇ। ਬਿਲਕੁਲ ਸਹੀ ਗੱਲ ਕਰ ਰਹੇ ਹੋ। ਪਰ ਜਤਿੰਦਰ ਵੀਰ ਜੀ, ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ, ਕਿਉਂਕਿ ਲਗਾਤਾਰ ਅਸੀਂ ਪਿਛਲੇ 6-7 ਮਹੀਨੇ ਅਜਿਹੇ ਕੱਟੇ ਨੇ ਜਦੋਂ ਬਾਹਰ ਸੜਕਾਂ ਸੁਨਸਾਨ ਸਨ, ਕੋਈ ਵੀ ਬਲੱਡ ਕੈਂਪ ਨਹੀਂ ਲੱਗ ਪਾ ਰਹੇ ਸਨ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਖੂਨ ਦੀ ਜਿਹੜੀ ਦਰਕਾਰ ਸੀਗੀ ਲੋਕਾਂ ਨੂੰ ਸੀਗੀ, ਕਿਉਂਕਿ ਕਈ ਐਸੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਹਰ ਹਫ਼ਤੇ ਜਾਂ ਹਰ 15 ਦਿਨ ਬਾਅਦ ਖੂਨ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ। ਇਹਨਾਂ ਦਿਨਾਂ ਵਿੱਚ ਵੀ ਤੁਸੀਂ ਕੀ ਬਲੱਡ ਕੈਂਪ ਆਰਗੇਨਾਈਜ਼ ਕਰ ਪਾਏ ਹੋ? ਬਿਲਕੁਲ ਬਲਵਿੰਦਰ ਵੀਰ ਜੀ, ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ, ਗੁਰੂ ਸਾਹਿਬ ਦੀ ਬੜੀ ਕਿਰਪਾ ਰਹੀ, ਕਿਉਂਕਿ ਅਸੀਂ ਦਿੱਲੀ ਸ਼ਹਿਰ 'ਚ ਜਿਵੇਂ ਪੁਰਾਣੇ ਇਹ ਸਾਰੀ ਸੇਵਾ ਵਿੱਚ ਲੱਗੇ ਹੋਏ ਹਾਂ, ਤੇ ਮੇਰੇ ਖਿਆਲ ਪੂਰੇ ਇੰਡੀਆ ਨੂੰ ਅਸੀਂ ਮੈਸੇਜ ਦਿੱਤਾ ਸੀ, ਇਹ ਜਿਹੜਾ ਅਸੀਂ ਬਲੱਡ ਡੋਨੇਸ਼ਨ ਹੁੰਦਾ ਹੈ, ਇਹ ਪਾਊਚ ਵਿੱਚ ਜਿਹੜਾ ਬਲੱਡ ਰਹਿੰਦਾ ਹੈ, ਇਹਦੀ ਜਿਹੜੀ ਮਿਆਦ ਹੈ ਉਹ 25 ਦਿਨ ਹੈ। ਤੇ ਜਦ ਮਾਰਚ ਵਿੱਚ ਲਾਕਡਾਊਨ ਹੋਇਆ, ਤੇ ਮਾਰਚ ਐਂਡ ਤੱਕ ਜਿਹੜਾ ਸੀਗਾ ਉਹ ਇੰਨੀ ਸ਼ਾਰਟੇਜ ਸ਼ੁਰੂ ਹੋ ਗਈ ਬਲੱਡ ਦੀ। ਸਾਡੇ ਕੋਲ ਕੀ ਇੱਕ ਸਿਸਟਮ ਹੈ ਕਿ ਅਸੀਂ ਜਦ ਕੈਂਪਸ ਲਗਾਉਂਦੇ ਆ, ਤੇ ਜਿਹੜੇ ਵੀ ਡੋਨਰ ਸਾਨੂੰ ਬਲੱਡ ਦਿੰਦੇ ਨੇ, ਅਸੀਂ ਉਹਨਾਂ ਨੂੰ ਕਿਹਾ ਹੁੰਦਾ ਹੈ ਕਿ ਕਦੀ ਵੀ ਤੁਹਾਡੀ ਫੈਮਿਲੀ ਵਿੱਚ ਕਦੀ ਵੀ ਲੋੜ ਪਏ ਤੇ ਅਸੀਂ ਤੁਹਾਡੀ ਮਦਦ ਲਈ ਹਮੇਸ਼ਾ ਸੰਸਥਾ ਸਾਡੀ, ਅਸੀਂ ਲੋਕ ਤਿਆਰ ਹੈਗੇ। ਤੇ ਜਿਹੜਾ ਸਾਡਾ ਅਸੀਂ ਬਲੱਡ ਡੋਨੇਸ਼ਨ ਜਿਹੜੇ ਵੀ ਹਸਪੀਟਲ ਦਿੰਦੇ ਆ, ਅਸੀਂ ਉਹਨਾਂ ਦੇ ਕੋਲੋਂ ਮਦਦ ਲੈਂਦੇ ਵੀ ਰਹਿੰਦੇ ਆ ਜਦ ਕਿਸੇ ਦੀ ਮਦਦ ਕਰਨੀ ਹੋਏ, तो ਉਹਦੇ ਲਈ ਰੋਜ਼ ਦੀ ਸਾਡੀ 2 ਯੂਨਿਟ ਦੀ ਐਵਰੇਜ ਮਦਦ ਰਹਿੰਦੀ ਹੈ। ਇੰਨਾ ਮਤਲਬ ਸਰਕਲ ਇੱਕ ਸਿਸਟਮ ਬਣਾਇਆ ਹੈ, ਤੇ ਅਸੀਂ ਤਾਂ ਹੀ ਸਾਡੇ ਰੈਗੂਲਰ ਬਲੱਡ ਕੈਂਪਸ ਚੱਲਦੇ ਵੀ ਰਹਿੰਦੇ ਨੇ। ਹੁਣ ਨੈਕਸਟ ਵੀਕ ਵੀ ਸਾਡਾ ਬਲੱਡ ਕੈਂਪ ਹੋਣ ਜਾ ਰਿਹਾ ਹੈ। ਤੇ ਉਹਦੇ ਵਿੱਚ ਕੀ ਪ੍ਰੋਬਲਮ ਸੀ, ਲੋਕਡਾਊਨ ਦੇ ਵੇਲੇ ਜਦ ਦੇਖਿਆ ਕਿ ਵੀ ਬਲੱਡ ਸ਼ਾਰਟੇਜ ਹੋ ਗਿਆ, ਬਲੱਡ ਕੈਂਪਸ ਲੱਗ ਨਹੀਂ ਰਹੇ, ਹਸਪੀਟਲ ਦੇ ਵਿੱਚ ਕੋਈ ਬਲੱਡ ਡੋਨੇਸ਼ਨ ਕਰਨ ਆ ਨਹੀਂ ਰਿਹਾ, ਤੇ ਥੈਲੇਸੀਮਿਕ ਜਿਹੜੇ ਬੱਚੇ ਜਿਨ੍ਹਾਂ ਨੂੰ ਹਰ 15 ਤੋਂ 20 ਦਿਨ ਬਾਅਦ ਬਲੱਡ ਦੀ ਲੋੜ ਪੈਂਦੀ ਹੈ, ਉਸ ਤੋਂ ਇਲਾਵਾ ਡਿਲੀਵਰੀ ਕੇਸਿਸ ਸੀਗੇ, ਡਿਲੀਵਰੀ ਕੇਸਿਸ ਦੇ ਵਿੱਚ ਵੀ ਬਲੱਡ ਦੀ ਲੋੜ ਪੈਂਦੀ ਹੈ। ਉਸ ਤੋਂ ਇਲਾਵਾ ਜਿਹੜੇ ਕੈਂਸਰ ਪੇਸ਼ੈਂਟ ਨੇ ਜਿਨ੍ਹਾਂ ਦਾ ਹੀਮੋਗਲੋਬਿਨ ਚਲਾ ਜਾਂਦਾ ਹੈ, ਉਸ ਤੋਂ ਇਲਾਵਾ ਜਿਹੜੀ ਬਹੁਤ ਜ਼ਰੂਰੀ ਸਰਜਰੀ ਸੀਗੀਆਂ
ਜਿਹੜੀ ਸਰਜਰੀਜ਼ ਹੋ ਰਹੀ ਉਹਦੇ ਵਿੱਚ ਵੀ ਬਲੱਡ ਦੀ ਲੋੜ ਪੈ ਰਹੀ ਸੀਗੀ। ਤੇ ਪੂਰੀ ਦਿੱਲੀ ਜੀ ਦੀ ਅਗਰ ਗੱਲ ਕਰੀਏ ਤੇ ਮੇਰੀ ਗੱਲ ਹੋਈ ਜਿਹੜੀ ਕਿ ਕੋਈ ਕਿਸੇ ਵੀਰ ਔਰ ਭੈਣ ਆਏ ਜਿਨ੍ਹਾਂ ਦੇ ਬਹੁਤ ਬਲੱਡ ਦਾ ਹੀਮੋਗਲੋबिन ਬਹੁਤ ਲੈਵਲ ਘੱਟ ਹੋ ਗਿਆ ਸੀਗਾ। ਤੇ ਮੈਂ ਡਾਕਟਰ ਸਾਹਿਬ ਜੀ ਨੂੰ ਫੋਨ ਕੀਤਾ, ਡਾਕਟਰ ਮੌਸਮੀ ਜਿਹੜੇ HOD ਨੇ ਪੂਰੀ ਦਿੱਲੀ ਦੇ ਵੀ, ਤੇ ਮੈਂ ਉਹਨਾਂ ਨੂੰ ਗੱਲ ਕੀਤੀ ਕਿ ਬਲੱਡ ਦੀ ਕੀ ਸਾਨੂੰ ਚਾਹੀਦਾ ਔਰ ਕੀ ਸਿਚੁਏਸ਼ਨ ਹੈ ਸਭ। ਤੇ ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਕਿ ਲੋਕਡਾਊਨ ਹੈ ਤੇ ਪ੍ਰੋਬਲਮ ਤਾਂ ਹੈ ਹੀ ਹੈ। ਤੇ ਉਹਨਾਂ ਨੇ ਛੁੱਟਦੇ ਹੀ ਮੈਨੂੰ ਇਹ ਗੱਲ ਕਹੀ ਕਿ ਇਸ ਟਾਈਮ ਬਲੱਡ ਬੈਂਕ ਸਭ ਜਿਹੜੇ ਨੇ ਉਹ ਖਾਲੀ ਹੁੰਦੇ ਜਾ ਰਹੇ ਨੇ, ਸ਼ਾਰਟੇਜ ਹੋ ਰਹੀ ਹੈ ਪੂਰੀ ਦਿੱਲੀ ਵਿੱਚ ਜਿਹੜੀ ਉਹ ਬਹੁਤ ਪ੍ਰੋਬਲਮ ਚੱਲ ਰਹੀ ਹੈ, ਇਸ ਦਾ ਕੋਈ ਹੱਲ ਹੈ ਸੋਨੂ ਜੀ? ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਮੈਡਮ ਕਿ ਅਗਰ ਅਸੀਂ ਕੈਂਪ ਕਰ ਸਕਦੇ ਹਾਂ ਤੇ ਅਸੀਂ ਰੈਡੀ ਹਾਂ। तो वो कहने लगे भाई देख लो भाई आप बिल्कुल तैयार हो? मैं कहा बिल्कुल तैयार है, हम पीछे नहीं हटेंगे, आप परमिशन लीजिए गवर्नमेंट से, क्योंकि पेंडेमिक एक्ट लग गया होता है तो किसी भी चीज की लॉकडाउन सीगा कोई चीज की परमिशन नहीं मिल रही थी। ਤੇ ਉਸ ਦੌਰਾਨ ਫਿਰ ਥੋੜੀ ਦੇਰ ਬਾਅਦ ਮੈਨੂੰ ਮੈਡਮ ਦਾ ਫੋਨ ਆਇਆ ਕਿ ਉਹਨਾਂ ਨੇ ਆਪਣੀ ਅਥਾਰਟੀਜ਼ ਨਾਲ ਗੱਲ ਕੀਤੀ, ਹੈਲਥ ਮਿਨਿਸਟਰੀ ਨਾਲ, ਤੇ ਉਹਨਾਂ ਨੇ ਸਾਨੂੰ ਅਲਾਉ ਕਰਤਾ ਹਸਪੀਟਲ ਦੇ ਵਿੱਚ ਬਲੱਡ ਕੈਂਪ ਕਰਨ ਦਾ ਕਿ ਬਲੱਡ ਬੈਂਕਸ ਦੇ ਵਿੱਚ ਹੀ ਤੁਸੀਂ ਬਲੱਡ ਕੈਂਪ ਕਰੋ। ਲੇਕਿਨ ਕੀ ਸੀਗਾ ਫਿਰ ਮੈਡਮ ਨਾਲ ਮੇਰਾ ਡਿਸਕਸ਼ਨ ਹੋਇਆ ਕਿ ਬਲੱਡ ਬੈਂਕ ਦੇ ਵਿੱਚ ਅੰਦਰ ਕੋਈ ਹਸਪੀਟਲ ਦੀ ਬਿਲਡਿੰਗ ਵਿੱਚ ਆਉਣ ਤੋਂ ਲੋਕ ਡਰ ਰਹੇ ਸੀਗੇ ਉਸ ਟਾਈਮ, ਬਹੁਤ ਜ਼ਿਆਦਾ ਹੀ ਇੱਕ ਦਹਿਸ਼ਤ ਜਿਹਾ ਮਾਹੌਲ ਸੀਗਾ। ਤੇ ਫਿਰ ਅਸੀਂ ਪਲਾਨ ਕੀਤਾ ਕਿ ਸਾਡੇ ਕੋਲ ਜਿਹੜੀ ਇੱਕ ਬੱਸ ਹੈ ਬੜੀ ਹੀ ਫੁੱਲੀ ਇਕਵਿਪਡ ਜਿਹੜੀ ਬੱਸ ਹੈ ਜਿਹਦੇ ਵਿੱਚ ਡੋਨੇਸ਼ਨ ਹੁੰਦਾ ਹੈ ਵੋਲਵੋ ਦੀ, ਤੇ ਉਹਦੇ ਵਿੱਚ ਪ੍ਰੋਪਰ ਇੱਕ ਬੈੱਡਸ ਲੱਗੇ ਹੋਏ ਨੇ 4 ਬੈੱਡਸ, ਤੇ ਉਹਦੇ ਵਿੱਚ ਅਸੀਂ ਸੋਸ਼ਲ ਡਿਸਟੈਂਸਿੰਗ ਜਿੱਥੇ 4 ਬੈੱਡ ਲੱਗੇ ਨੇ ਅਸੀਂ 2 मतलब क्रॉस डोनेशन कर सकते हैं उन्होंने सैनिटाइज करके। देन ਅਸੀਂ ਪੂਰਾ ਇੱਕ ਸਿਸਟਮ ਬਣਾਇਆ ਔਰ ਉਹ ਅਸੀਂ ਪਾਰਕਿੰਗ ਹਸਪੀਟਲ ਦੀ ਪਾਰਕਿੰਗ ਲੈ ਲਈ ਗੇਟ ਤੋਂ ਵੜਦੇ ਹੀ ਤਾਂ ਕਿ ਉੱਥੇ ਡੋਨੇਸ਼ਨ ਹੋ। ਫਿਰ ਅਸੀਂ ਜਿਹੜੇ ਸਾਡਾ ਡਾਟਾ ਸੀਗਾ ਜਿਹੜਾ ਬਲੱਡ ਡੋਨਰਸ ਦਾ, ਅਸੀਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੂੰ WhatsApp ਰਾਹੀਂ, Facebook ਰਾਹੀਂ, ਸੋਸ਼ਲ ਮੀਡੀਆ ਰਾਹੀਂ ਉਹਨਾਂ ਨੂੰ ਮੈਸੇਜ ਦਿੱਤਾ, ਫੋਨਸ ਕੀਤੇ ਆਪਣੇ ਜਿਹੜੇ ਸਰਕਲ ਦੇ ਰੈਗੂਲਰ ਡੋਨਰਸ ਨੇ ਕਿ ਤੁਸੀਂ ਆਓ, ਡਰਨ ਦੀ ਲੋੜ ਨਹੀਂ ਹੈ। ਕਈਆਂ ਨੇ ਆਪਣੇ ਪੇਰੈਂਟਸ ਨਾਲ ਵੀ ਗੱਲ ਕਰਾਈ, ਯੰਗਸ ਬੱਚਿਆਂ ਨੇ, ਕਈਆਂ ਨੇ ਹੋਰ ਕਈ ਡਾਊਟ ਸੀਗੇ, ਉਹਨਾਂ ਨੂੰ ਕਿਹਾ ਕਿ ਤੁਸੀਂ ਆਓ, ਇੱਧਰ ਕੋਈ ਪ੍ਰੋਬਲਮ ਨਹੀਂ ਹੋਏਗੀ, ਤੁਸੀਂ ਬਿਲਕੁਲ ਇੰਡੀਵਿਜੂਅਲ ਆਓਗੇ ਔਰ ਇੰਡੀਵਿਜੂਅਲ ਤੁਹਾਡਾ ਜਦ ਤੱਕ ਤੁਸੀਂ ਗੱਡੀ ਵਿੱਚ ਬੈਠਣਾ, ਕਿਉਂਕਿ ਬਹੁਤ ਦਹਿਸ਼ਤ ਸੀਗੀ ਉਸ ਟਾਈਮ, ਤੇ ਤੁਹਾਨੂੰ ਤੁਹਾਡਾ ਨੰਬਰ ਆਏਗਾ ਤਦ ਤੁਸੀਂ ਬੱਸ ਵਿੱਚ ਆਣਾ ਔਰ ਡੋਨੇਟ ਕਰਕੇ ਸਿੱਧਾ ਚਲੇ ਜਾਣਾ। ਅਸੀਂ ਪ੍ਰੋਪਰ ਸੈਨੀਟਾਈਜ਼। ਸਵਾਲ ਮੈਂ ਗੁਰਪ੍ਰੀਤ ਜੀ ਤੋਂ ਵੀ ਪੁੱਛਣਾ ਚਾਹਾਂਗਾ ਕਿ ਗੁਰਪ੍ਰੀਤ ਜੀ ਜੂਨ ਦਾ ਮਹੀਨਾ ਲੰਘਿਆ ਔਰ ਜੂਨ ਦੇ ਮਹੀਨੇ ਵਿੱਚ ਵੀ ਕੈਨੇਡਾ ਪੂਰਾ ਲਾਕਡਾਊਨ ਸੀਗਾ, ਉਸ ਮਹੀਨੇ ਦੌਰਾਨ ਕੀ ਕੈਂਪ ਲੱਗ ਪਾਇਆ ਗੁਰਦੁਆਰਾ ਸਾਹਿਬ ਵਿੱਚ, ਓਨਟਾਰੀਓ ਖਾਲਸਾ ਦਰਬਾਰ ਵਿੱਚ? ਲੱਗੇ ਕੈਂਪ ਜੂਨ ਚ ਵੀ ਲੱਗਾ ਸੀ ਕੈਂਪ। ਉਸ ਦੌਰਾਨ ਕੀ ਕੁਝ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ? ਕਿਉਂਕਿ ਤੁਸੀਂ ਲਗਾਤਾਰ ਦੱਸ ਰਹੇ ਹੋ ਕਿ ਬਹੁਤ ਸੌਖੇ ਤਰੀਕੇ ਨਾਲ ਹੁੰਦਾ ਰਿਹਾ, ਪਰ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੋਏਗਾ। ਤੁਹਾਡੀ ਕਮੇਟੀ ਜਿਹੜੀ ਹੈਗੀ ਉਹਨਾਂ ਮੁਸ਼ਕਲਾਂ ਨੂੰ ਕਿਵੇਂ ਪਾਰ ਪਾਉਂਦੀ ਹੈ ਔਰ ਕਿਸ ਤਰ੍ਹਾਂ ਦੀਆਂ ਕਈ ਵਾਰੀ ਮੁਸ਼ਕਲਾਂ ਤੁਸੀਂ ਫੇਸ ਕੀਤੀਆਂ ਨੇ, ਉਹ ਸਾਨੂੰ ਜ਼ਰੂਰ ਦੱਸੋ। ਉਹ ਜੀ ਮੁਸ਼ਕਲਾਂ ਤਾਂ ਇਹੋ ਹੀ ਆਉਂਦੀਆਂ ਸੀਗੀਆਂ ਵੀ ਹਰ ਕੋਈ ਚਾਹੁੰਦਾ ਵੀ ਮੈਂ ਪਹਿਲਾਂ ਆ ਕੇ ਦੇ ਕੇ ਤੇ ਕੰਮ ਕਰਾਂ ਆਪਾਂ, ਪਰ ਜਿਸ ਹਿਸਾਬ ਨਾਲ ਅਸੀਂ ਮਹੀਨਾ ਪਹਿਲਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਸੀਗੇ ਵੀ ਭਾਈ ਕੱਲਾ ਆਓ, ਅਪਾਇੰਟਮੈਂਟ ਆਨਲਾਈਨ ਕਰਾਓ, ਵਾਕ ਇਨ ਕੋਈ ਨਹੀਂ ਆ ਸਕਦਾ। ਤੇ ਅੰਦਰ ਜਿੱਦਾਂ ਹੁਣ ਤੁਸੀਂ ਆ ਦਿਖਾ ਰਹੇ ਜਿਮ ਜਿਹੜੀ ਸਾਡੀ ਹੈ ਜੀ, ਅੱਗੇ ਉੱਥੇ 25-30 ਆ ਕੇ ਬਲੱਡ ਦੇਣ ਵਾਲੇ ਬੈਠ ਜਾਂਦੇ ਸੀਗੇ, ਵਾਰੀ ਜਾਈ ਜਾਂਦੇ ਸੀਗੇ, ਉਹ ਉੱਥੇ ਬੈਠਣਾ ਬੰਦ ਕਰ ਦਿੱਤਾ ਵੀ ਤੁਸੀਂ ਉਹਨਾਂ ਨੂੰ ਅਪਾਇੰਟਮੈਂਟ ਟਾਈਮ ਦਿੱਤਾ ਜਾਂਦਾ ਸੀ ਵੀ ਇੰਨੇ ਵਜੇ ਆ ਜਾਓ, ਉਸੇ ਹਿਸਾਬ ਨਾਲ ਆਉਂਦੇ ਸੀਗੇ। ਬਹੁਤ ਵੱਡਾ ਸਾਥ ਦਿੱਤਾ ਜੀ ਸੰਗਤਾਂ ਨੇ, ਤੇ ਮੈਨੂੰ ਇਹ ਮਾਣ ਆ ਇਹ ਗੱਲ ਕਹਿਣ ਤੇ ਕੋਈ ਵੀ, ਜਿੱਦਾਂ ਵੀ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਆ, ਸੰਗਤਾਂ ਨੇ ਸਾਡੀ ਉਹ ਬੇਨਤੀ ਪ੍ਰਵਾਨ ਕਰਕੇ ਸਾਡਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜੀ। ਜਿੰਨੀ ਮੈਨੇਜਮੈਂਟ ਰੈੱਡ ਕਰਾਸ ਵੱਲੋਂ ਆਉਂਦੀ ਆ ਉਹ ਬੜੇ ਖੁਸ਼ ਹੋ ਕੇ ਜਾਂਦੇ ਆ ਵੀ ਬਹੁਤ ਸਹਿਯੋਗ ਸਾਨੂੰ ਉਹਨਾਂ ਨੂੰ ਚਾਅ ਚੜ ਜਾਂਦਾ ਜੀ। ਜਦੋਂ ਹਰ ਸਾਲ 2 ਵਾਰੀ ਡਿਕਸੀ ਗੁਰਦੁਆਰਾ ਸਾਹਿਬ ਕੈਂਪ ਲੱਗਦਾ, ਉਹ ਜਿਹੜਾ ਸਟਾਫ ਹੁੰਦਾ ਜੀ ਉਹ ਕਹਿ ਲਓ ਵੀ ਵੱਧ ਚੜ ਕੇ ਆਉਂਦੇ ਆ ਜੀ ਵੀ ਅਸੀਂ ਐਤਕੀ ਜਾਣਾ। ਇੱਕ ਸੰਗਤਾਂ ਉਹਨਾਂ ਨੂੰ ਜੀ ਪਿਆਰ ਮਾਣ ਸਤਿਕਾਰ ਬਹੁਤ ਦਿੰਦੀਆਂ। ਫਿਰ ਇੱਕ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਵੀ ਜਿਹੜੀ ਸੇਵਾ ਭਾਵਨਾ ਆ ਉਹ ਵੀ ਹੁਣ ਜਿੱਦਾਂ ਜੂਨ ਦੇ ਵਿੱਚ ਐਤਕੀ ਵੀ ਅੱਗੇ ਅਸੀਂ ਆਪ ਸਮਾਨ ਪਾਣੀ ਦਾ ਖਾਣ ਪੀਣ ਦਾ, ਜੇ ਉਹਨਾਂ ਨੇ ਪੀਜ਼ਾ ਖਾਣਾ ਕਹਿ ਲਓ ਉਹ ਵੀ ਹੁਣ ਉਹ ਜਦੋਂ ਕਰੋਨਾ ਕਰਕੇ ਜੂਨ ਦੇ ਵਿੱਚ, ਤੇ ਹੁਣ ਵੀ ਉਹ ਆਪਣਾ ਹੀ ਲਿਆ ਕੇ ਜਿਹੜੇ ਬਲੱਡ ਦੇਣ ਆਉਂਦੇ ਆ ਉਹਨਾਂ ਨੂੰ ਉਹ ਜੂਸ, ਚਾਹ ਜਾਂ ਫਰੂਟ ਜਾਂ ਕੁਕੀਜ਼ ਜੋ ਵੀ ਉਹਨਾਂ ਦੀ ਫੈਸਿਲਿਟੀ ਹੈਗੀ ਵੀ ਅਸੀਂ ਆਹ ਜਿਹੜਾ ਬਲੱਡ ਦੇ ਕੇ ਜਾਂਦਾ ਉਹਨੂੰ ਆਹ ਚੀਜ਼ਾਂ ਦੇਣੀਆਂ ਉਹ ਆਪ ਲੈ ਕੇ ਆਉਂਦੇ ਜੀ ਗੁਰਦੁਆਰਾ। ਕਿਉਂਕਿ ਕਰੋਨਾ ਕਰਕੇ ਕਹਿੰਦੇ ਅਸੀਂ ਬਾਹਰੋਂ ਕੋਈ ਚੀਜ਼ ਨਹੀਂ ਲੈਣੀ, ਸਾਡੀ ਆਪਣੀ ਚੀਜ਼ ਜਿਹੜੀ ਹੋਊਗੀ ਅਸੀਂ ਉਹੀ ਦਿਆਂਗੇ ਸਾਰਾ ਕੁਝ ਹੀ। ਪਰ ਬਹੁਤ ਵਧੀਆ ਚੱਲ ਰਿਹਾ ਜੀ ਇੱਥੇ, ਕੋਈ ਇਦਾਂ ਦੀ ਜਤਿੰਦਰ ਹੁਣਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ, ਬੜੀ ਸੇਵਾ ਉੱਥੇ ਬੈਠ ਕੇ ਜਿੱਦਾਂ ਬਸ ਮੈਂ ਗੱਲਾਂ ਸੁਣ ਕੇ ਹੈਰਾਨ ਆ ਵੀ ਇਹ ਵੀਰਾਂ ਦੇ ਵਿੱਚ ਸਿੱਖਿਆ ਤੇ
ਮਨੁੱਖਤਾ ਦੇ ਭਲੇ ਲਈ ਜਿੰਨਾ ਦਰਦ, ਇਹ ਸੇਵਾ ਕਰਨੀ ਬਹੁਤ ਬਹੁਤ ਔਖੀ ਆ। ਇਹ ਜ਼ਿੰਮੇਵਾਰੀ ਬੜੀ ਵੱਡੀ ਹੁੰਦੀ ਠੀਕ ਹੈ ਹੈ। ਹਰ ਇੱਕ ਨੂੰ ਲੋਕਾਂ ਨੂੰ ਬਿਲਕੁਲ। ਕਰਨਾ, ਉਹਨੂੰ ਦੇ ਤੇ ਸਤਿਗੁਰਾਂ ਅੱਗੇ ਅਰਦਾਸ ਕਰਦੇ ਕਿ ਇਹਨਾਂ ਵੀਰਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ, ਜਿੰਨੇ ਕੁ ਸਤਿਗੁਰਾਂ ਨੇ ਸਵਾਸ ਦਿੱਤੇ ਆ ਵੀ ਮਨੁੱਖਤਾ ਦੀ ਸੇਵਾ 'ਚ ਹੀ ਲੰਘੇ ਇਸੇ ਤਰ੍ਹਾਂ ਜੀ। ਠੀਕ ਹੈ। ਤੇ ਇੱਥੇ ਬਾਕੀ ਜਤਿੰਦਰ ਜੀ ਤੁਹਾਡੇ ਤੋਂ ਇੱਕ ਸਵਾਲ ਮੈਂ ਜ਼ਰੂਰ ਕਰਨਾ ਚਾਹਾਂਗਾ ਔਰ ਮੈਂ ਚਾਹਾਂਗਾ ਕਿ ਤੁਸੀਂ ਖੁੱਲੇ ਦਿਲ ਨਾਲ ਇਸਦਾ ਜਵਾਬ ਹੀ ਦਿਓ, ਕਿਉਂਕਿ ਮੈਂ ਆਪਣੀ ਅਗਰ ਮੈਂ ਗੱਲ ਕਰਾਂ ਤਾਂ ਮੈਂ ਕਿਉਂਕਿ ਕੋਵਿਡ-19 ਦਾ ਖੁਦ ਭੁਗਤਭੋਗੀ ਹੈਗਾ ਔਰ ਇਸ ਚੋਂ ਮੈਂ ਪਾਰ ਵੀ ਪਾਇਆ, ਮੌਤ ਦੇ ਮੂੰਹ ਵੀ ਬਾਹਰ ਆਇਆ ਔਰ ਮੈਨੂੰ ਬੜਾ ਵਧੀਆ ਲੱਗ ਰਿਹਾ ਸੀਗਾ ਕਿ ਜਦੋਂ ਮੈਨੂੰ ਕਿਹਾ ਗਿਆ ਕਿ ਪਲਾਜ਼ਮਾ ਤੁਸੀਂ ਡੋਨੇਟ ਕਰੋ ਔਰ ਮੈਂ ਇੱਕ ਵਾਰੀ ਨਹੀਂ ਬਲਕਿ 2 ਵਾਰੀ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ ਔਰ ਦਿਲ 'ਚ ਬੜੀ ਅੱਛੀ ਇੱਕ ਗੱਲ ਵੀ ਆਉਂਦੀ ਹੈ। ਪਰ ਕਿਤੇ ਨਾ ਕਿਤੇ ਇੱਕ ਮੈਨੂੰ ਮਲਾਲ ਵੀ ਹੈ, ਕਿਉਂਕਿ ਮੇਰੇ ਨਾਲ ਕਿਉਂਕਿ ਖੁਦ ਵਾਪਰਿਆ ਹੈਗਾ, ਇਸ ਕਰਕੇ ਮੈਂ ਤੁਹਾਡੇ ਤੋਂ ਗੱਲ ਵੀ ਕਰਾਂਗਾ ਔਰ ਤੁਹਾਡੇ ਤੋਂ ਵੀ ਚਾਹਾਂਗਾ ਕਿ ਤੁਸੀਂ ਖੁੱਲੇ ਦਿਲ ਨਾਲ ਇਸਦਾ ਜਵਾਬ ਦਿਓ, ਕਿਉਂਕਿ ਜਿਵੇਂ ਗੁਰਪ੍ਰੀਤ ਸਿੰਘ ਬਾਲ ਸਾਹਿਬ ਨੇ ਹੁਣੇ ਕਿਹਾ ਹੈਗਾ ਕਿ ਰਿਫਰੈਸ਼ਮੈਂਟ ਜਿਹੜੀ ਹੈ ਬੜੀ ਜ਼ਰੂਰੀ ਹੁੰਦੀ ਹੈ। ਜਦੋਂ ਵੀ ਕੋਈ ਇਨਸਾਨ ਜਿਹੜਾ ਹੈਗਾ ਖੂਨਦਾਨ ਕਰਦਾ ਹੈ ਤਾਂ ਉਸ ਤੋਂ ਬਾਅਦ ਉਸਨੂੰ ਫਲ ਫਰੂਟ ਜੂਸ ਵਗੈਰਾ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਤਾਂ ਕਿ ਉਹ ਇੱਕਦਮ ਜਿਹੜਾ ਬੈੱਡ ਤੋਂ ਖੜਾ ਨਾ ਹੋਵੇ ਔਰ ਉਸ ਤੋਂ ਬਾਅਦ ਆਪਣੇ ਘਰ ਜਾਂਦੇ ਹੋਏ ਆਪਣੇ ਬਹੁਤ ਤਰੀਕੇ ਨਾਲ ਘਰ ਪਹੁੰਚੇ, ਥੋੜਾ ਬਹੁਤ ਉਹ ਜ਼ਰੂਰ ਆਪਣੇ ਨਾਲ ਖਾਏ। ਔਰ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜਦੋਂ ਤੁਸੀਂ ਖੂਨਦਾਨ ਕਰਨ ਜਾ ਰਹੇ ਹੋ ਤਾਂ ਆਪਣੇ ਨਾਲ ਕੁਝ ਖਾਣ ਪੀਣ ਦਾ ਸਮਾਨ ਜ਼ਰੂਰ ਲੈ ਕੇ ਜਾਓ, ਕਿਉਂਕਿ ਜਦੋਂ ਮੈਂ ਕੁਝ ਸਮੇਂ ਪਹਿਲਾਂ ਹੀ ਇੱਕ ਹਸਪਤਾਲ ਵਿੱਚ ਪਲਾਜ਼ਮਾ ਡੋਨੇਟ ਕਰਨ ਗਿਆ ਸੀ, ਉਸ ਹਸਪਤਾਲ ਦਾ ਮੈਂ ਨਾਮ ਨਹੀਂ ਲਵਾਂਗਾ ਲੇਕਿਨ ਉਹ ਸਰਕਾਰੀ ਹਸਪਤਾਲ ਸੀ, ਲੇਕਿਨ ਉੱਥੇ ਮੈਨੂੰ ਕੁਝ ਨਹੀਂ ਖਾਣ ਪੀਣ ਲਈ ਦਿੱਤਾ ਗਿਆ, ਸਿਰਫ ਇੱਕ ਛੋਟੀ ਜਿਹੀ ਬੋਤਲ ਜੂਸ ਦੀ ਦਿੱਤੀ ਗਈ। ਉਸ ਤੋਂ ਇਲਾਵਾ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ। ਪਰ ਚੰਗੀ ਗੱਲ ਇਹ ਸੀ ਕਿ ਜਦੋਂ ਮੈਂ ਘਰੋਂ ਨਿਕਲਿਆ ਸੀ ਤਾਂ ਆਪਣੇ ਨਾਲ ਫਲ ਫਰੂਟ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਸੀਗਾ ਮੈਂ। ਸੋ ਕਿਤੇ ਨਾ ਕਿਤੇ ਉਹ ਲੋਕ ਵੀ ਉੱਥੇ ਪਹੁੰਚਦੇ ਨੇ ਜੋ ਆਪਣੇ ਨਾਲ ਕੁਝ ਖਾਣ ਪੀਣ ਦਾ ਸਮਾਨ ਨਹੀਂ ਲੈ ਕੇ ਜਾਂਦੇ। ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਸਰਕਾਰਾਂ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਜਿਹੜਾ ਖੂਨਦਾਨ ਕਰਨ ਆ ਰਿਹਾ ਹੈ ਉਹ ਡੋਨਰ ਹੈ, ਉਸ ਦਾ ਸਾਨੂੰ ਸਨਮਾਨ ਵੀ ਕਰਨਾ ਚਾਹੀਦਾ ਹੈ। ਸਾਨੂੰ ਸਿਰਫ ਸਰਟੀਫਿਕੇਟ ਹੱਥ 'ਚ ਨਹੀਂ ਫੜਾ ਦੇਣਾ ਚਾਹੀਦਾ, ਬਲਕਿ ਉਸ ਸਮੇਂ ਸਾਨੂੰ ਥੋੜੀ ਬਹੁਤ ਰਿਫਰੈਸ਼ਮੈਂਟ ਰੱਖਣੀ ਚਾਹੀਦੀ ਹੈ। ਕੀ ਕਹੋਗੇ ਇੱਥੇ ਜਤਿੰਦਰ ਜੀ? ਮੈਂ ਆਪ ਜੀ ਦੀ ਗੱਲ ਤੋਂ ਬਿਲਕੁਲ ਸਹਿਮਤ ਵੀ ਹਾਂ ਔਰ ਇੱਕ ਗੱਲ ਇਹ ਅਸੀਂ ਬਹੁਤ ਟਾਈਮ ਤੋਂ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਜਿਹੜੇ ਹਸਪੀਟਲਸ ਦੀ ਟੀਮਸ ਆਉਂਦੀਆਂ ਨੇ, ਜਿੱਥੇ ਵੀ ਕੈਂਪਸ ਲੱਗਦਾ ਸੀਗਾ ਤੇ ਪਹਿਲੇ ਤੇ ਸ਼ਾਇਦ ਮਤਲਬ ਉਹ ਵੀ ਅਲਾਉਡ ਨਹੀਂ ਸੀ ਜਿਹੜਾ ਜੂਸ ਵਗੈਰਾ ਫਰੂਟੀ ਵਗੈਰਾ, ਇਹ ਵੀ ਕੁਝ ਸਾਲਾਂ ਤੋਂ ਇਹ ਚੀਜ਼ਾਂ ਚੇਂਜਸ ਹੋਏ ਨੇ। ਨਹੀਂ ਤੇ ਅਸੀਂ ਇਹ ਕੈਂਪ ਕਿੱਥੇ ਵੀ ਕਰਦੇ ਸੀ, ਅਸੀਂ ਪਹਿਲੇ ਤੋਂ ਫਰੂਟ ਸੈਂਡਵਿਚ ਪੈਟੀਜ਼ ਐਵਰੀਥਿੰਗ ਫਰੂਟਸ ਹਰ ਚੀਜ਼ ਰੱਖਦੇ ਹਾਂ ਤਾਂ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਡੋਨਰ ਨੇ ਬਲੱਡ ਡੋਨਰ ਉਹ ਬਗੈਰ ਖਾਏ ਵੀ ਆ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਪਹਿਲੇ ਉਹਨਾਂ ਨੂੰ ਕਹਿੰਦੇ ਆ ਕਿ ਪਹਿਲੇ ਤੁਸੀਂ ਖਾਓ, ਪਹਿਲੇ ਤੁਸੀਂ ਰੱਜ ਕੇ ਖਾਓ ਆਪਣਾ, ਉਸ ਤੋਂ ਬਾਅਦ 10 ਮਿੰਟ ਬੈਠ ਕੇ ਫਿਰ ਤੁਸੀਂ ਬਲੱਡ ਡੋਨੇਸ਼ਨ ਕਰਨਾ ਹੈ। ਔਰ ਉਸ ਤੋਂ ਡੋਨੇਸ਼ਨ ਕਰਨ ਤੋਂ ਬਾਵਜੂਦ ਵੀ ਅਸੀਂ ਉਹਨਾਂ ਨੂੰ ਅੱਧਾ ਘੰਟਾ ਕੋਸ਼ਿਸ਼ ਕਰੀਦੀ ਕਿ ਆਪਣੇ ਕੋਲ ਹੀ ਬਿਠਾਈਦਾ ਹੈ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਬਲੱਡ ਡੋਨੇਟ ਕਰਨ ਤੋਂ ਬਾਅਦ 2 ਵੀਲਰ ਜਾਂ ਗੱਡੀ ਜਿਹੜਾ ਅੱਧਾ ਘੰਟੇ ਬਾਅਦ ਤੁਸੀਂ ਚਲਾਓ, ਮਤਲਬ ਇਹਦੀ ਇੱਕ ਜਿਹੜੀ ਗਾਈਡਲਾਈਨਸ ਹੈਗੀਆਂ ਨੇ। ਤੇ ਅੱਜ ਜਿਹੜਾ ਹੈਗਾ ਕਿ ਵੀ ਜਿਵੇਂ ਤੁਸੀਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ, ਬਹੁਤ ਸਾਰੀ ਚੀਜ਼ਾਂ ਮੈਨੂੰ ਯਾਦ ਆਉਂਦੀਆਂ ਨੇ ਕਿ ਜਦ ਸ਼ੁਰੂਆਤ ਕੀਤੀ ਸੀਗੀ ਤੇ ਅਗਰ ਵੈਸਟ ਦਿੱਲੀ ਵਿੱਚ ਅਗਰ ਅੱਜ ਗੱਲ ਕਰੀਏ ਤੇ ਸਿਰਫ ਦੀਨ ਦਿਆਲ ਹਸਪੀਟਲ ਇੱਕ ਬੜਾ ਵੱਡਾ ਬਲੱਡ ਬੈਂਕ ਹੈ, ਪੂਰੀ ਵੈਸਟ ਦਿੱਲੀ ਨੂੰ ਸਰਵ ਕਰਦਾ ਔਰ ਵੈਸਟ ਦਿੱਲੀ ਬਹੁਤ ਵੱਡੀ ਪੋਪੂਲੇਸ਼ਨ ਹੈਗੀ ਹੈ। ਤੇ ਜਦ ਇਹ ਸ਼ੁਰੂਆਤ ਕੀਤੀ ਸੀ ਅਸੀਂ ਬਲੱਡ ਕੈਂਪਸ ਲਗਾਉਣ ਦੀ ਤੇ ਉਸ ਟਾਈਮ ਸਿਰਫ ਬਲੱਡ ਸਿਰਫ ਡੋਨੇਸ਼ਨ ਔਰ ਬਲੱਡ ਹੀ ਦਿੱਤਾ ਜਾਂਦਾ ਸੀ ਤੇ ਸਾਡੀ ਬਹੁਤ ਸਾਰੀ ਜਿਹੜੀ ਮਸ਼ੀਨਰੀ ਸੀ, ਜਿਹੜੀ ਰੈੱਡ ਸੈੱਲ ਵਾਈਟ ਸੈੱਲ ਬੜੀ ਸਾਰੀ ਜਿਹੜੇ ਕੰਟੈਂਟਸ ਹੁੰਦੇ ਨੇ ਪਲੇਟਲੇਟ ਕੱਢਣਾ, ਇਹ ਸਾਰੀ ਮਸ਼ੀਨਸ ਆਈਆਂ ਹੋਈਆਂ ਸੀਗੀਆਂ ਪਰ ਬੰਦ ਪਈਆਂ ਸੀ। ਮੈਨੂੰ ਯਾਦ ਹੈ ਕਿ ਕਾਂਗਰਸ ਦੀ ਗਵਰਨਮੈਂਟ ਸੀਗੀ ਤੇ ਡਾਕਟਰ ਵਾਲੀਆ ਜਿਹੜੇ ਸੀਗੇ ਦਿੱਲੀ ਦੇ ਹੈਲਥ ਮਿਨਿਸਟਰ ਸੀ, ਮੈਂ ਬਲੱਡ ਬੈਂਕ ਜਿਹੜੇ ਇੰਚਾਰਜ ਸੀ ਉਸ ਟਾਈਮ ਤੇ ਡਾਕਟਰ ਵੀ ਸੀਗਾ ਕਿ ਇਹ ਮਸ਼ੀਨਰੀ ਸਾਰੀ ਬੰਦ ਪਈ ਹੈ, ਜਿਹੜੇ ਅਲੱਗ-ਅਲੱਗ ਕੰਟੈਂਟਸ ਬਣਾ ਕੇ ਅਲੱਗ-ਅਲੱਗ ਪੇਸ਼ੈਂਟਸ ਦੇ ਕੰਮ ਆਉਂਦੀ ਹੈ। ਪਲਾਜ਼ਮਾ ਜਿਵੇਂ ਕੈਂਸਰ ਪੇਸ਼ੈਂਟਸ ਨੂੰ ਚੱਲਦਾ, ਅੱਜ ਜਿਹੜਾ ਪਲਾਜ਼ਮਾ ਅਸੀਂ ਗੱਲ ਕਰ ਰਹੇ ਹਾਂ ਕੋਵਿਡ-19 ਦੀ, ਉਹ ਅੱਜ ਪਲਾਜ਼ਮਾ ਵਰਡ ਬੜਾ ਮਤਲਬ ਬਹੁਤ ਜ਼ਿਆਦਾ ਇਸ ਟਾਈਮ, ਲੇਕਿਨ ਪਲਾਜ਼ਮਾ ਬੇਸਿਕਲੀ ਕੈਂਸਰ ਪੇਸ਼ੈਂਟਸ ਦੇ ਕੰਮ ਆਉਂਦਾ ਰਿਹਾ ਪਹਿਲੇ ਤੇ ਉਹ ਸਾਰੀ ਜਿਹੜੀ ਮਸ਼ੀਨਰੀ ਬੰਦ ਪਈ ਸੀ, ਉਹਦੀ ਫਿਰ ਡਾਕਟਰ ਵਾਲੀਆ ਨਾਲ ਐਜ਼ ਅ ਸੋਸ਼ਲ ਗਰਾਊਂਡਸ ਤੇ ਮੀਟਿੰਗ ਕੀਤੀ, ਉਹਨਾਂ ਦੀ ਵਿਜ਼ਿਟ ਕਰਾਈ, ਉਹ ਮਸ਼ੀਨਰੀ ਵਾਸਤੇ ਟੈਕਨੀਸ਼ੀਅਨ ਟ੍ਰੇਨਿੰਗ ਸੀਗੀ ਉਹ ਸਾਰੀ ਚਾਲੂ ਕਰਾਈਆਂ, ਦੈਨ ਫਿਰ ਉਹ ਮਸ਼ੀਨਰੀ 1.5 ਸਾਲ ਬਾਅਦ ਚਾਲੂ ਹੋਈਆਂ। ਤੇ ਇਹ ਇੱਕ ਪ੍ਰੋਸੈਸ ਸੀਗਾ ਜਿਹੜਾ ਸਾਨੂੰ ਡੇ ਬਾਏ ਡੇ ਅੱਜ ਵੀ ਜਿਹੜਾ ਹੈ, ਮੈਨੂੰ ਪਿੱਛੇ ਐਜ਼ ਅ ਸੋਸ਼ਲ ਸਾਇੰਟਿਸਟ DDU ਦੀ ਜਿਹੜੀ ਰਿਸਰਚ ਟੀਮ ਹੈ ਉਹਦੇ ਵਿੱਚ ਲਿਆ ਗਿਆ ਤੇ ਬਹੁਤ ਸਾਰੀ ਜ਼ਿੰਮੇਵਾਰੀਆਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਸੀਂ ਗਵਰਨਮੈਂਟ ਦੇ ਨਾਲ ਮਿਲ ਕੇ ਚੇਂਜ ਕਰਵਾ ਰਹੇ ਹਾਂ। ਬਹੁਤ ਸਾਰੇ ਕਈ ਵਾਰੀ ਐਸੇ ਬੰਦੇ ਆਉਂਦੇ ਜਿਹੜੇ ਗੱਲ ਨੂੰ ਸਮਝਦੇ ਨੇ, ਬੰਦੇ ਨੇ ਤੇ ਚੀਜ਼ਾਂ ਚੇਂਜ ਹੋ ਰਹੀਆਂ ਨੇ, ਐਸਾ ਨਹੀਂ ਹੈ ਕਿ ਨਹੀਂ ਹੈ, ਪਰ ਵਾਕਈ ਹਲੇ ਸੁਧਾਰ ਦੀ ਬੜੀ ਲੋੜ ਹੈ।
ਹਲੇ ਜਿਵੇਂ ਤੁਸੀਂ ਪੈਸੇ ਦੀ ਗੱਲ ਸ਼ੁਰੂਆਤ ਕੀਤੀ ਕਿ ਪੈਸਾ ਗਵਰਨਮੈਂਟਸ ਲੈਂਦੀ ਹੈ, ਜਿਹੜੀ ਅੱਜ ਦਿੱਲੀ ਦਾ ਰੂਲ ਹੈ, ਅਗਰ ਕਿਸੇ ਨੂੰ ਬਲੱਡ ਚਾਹੀਦਾ, ਅਗਰ ਉਹਦਾ ਪੇਸ਼ੈਂਟ ਗਵਰਨਮੈਂਟ ਹਸਪੀਟਲ 'ਚ ਹੈ, ਕੋਈ ਪੈਸਾ ਚਾਰਜ ਨਹੀਂ ਕਰੇਗੀ ਉਹਦੇ ਤੋਂ। ਅਗਰ ਉਹਦਾ ਪੇਸ਼ੈਂਟ ਪ੍ਰਾਈਵੇਟ ਹਸਪੀਟਲ 'ਚ ਹੈ ਔਰ ਉਹ ਗਵਰਨਮੈਂਟ ਹਸਪੀਟਲ 'ਚੋਂ ਬਲੱਡ ਲੈਣ ਆਇਆ ਤੇ ਉਹਨੂੰ 1050 ਗਵਰਨਮੈਂਟ ਪ੍ਰੋਸੈਸਿੰਗ ਫੀਸ ਦੇਣੀ ਪਈ। ਅਦਰਵਾਈਜ਼ ਗਵਰਨਮੈਂਟ ਦਾ ਜਿਹੜਾ ਪਾਊਚ ਦਾ ਉਹ ਸਭ ਟੈਸਟ, ਜਿਹੜਾ ਬਲੱਡ ਅਸੀਂ ਦਿੰਦੇ ਹਾਂ ਉਹ ਟੈਸਟ ਹੁੰਦਾ ਹੈ ਤੇ ਉਹ ਗਵਰਨਮੈਂਟ ਦਾ ਉਹਦੇ ਤੇ ਕਾਫੀ ਖਰਚਾ ਆਉਂਦਾ, ਉਹ ਟੈਸਟਾਂ ਤੇ ਸਭ ਚੀਜ਼ ਤੇ ਨਾ ਕਰਦੇ ਉਹ ਕਾਸਟ 4-5 ਹਜ਼ਾਰ ਰੁਪਏ ਇੱਕ ਯੂਨਿਟ ਦੀ ਕਾਸਟ ਪੈਂਦੀ ਹੈ ਗਵਰਨਮੈਂਟ ਨੂੰ। ਗਵਰਨਮੈਂਟ ਸਬਸਿਡੀ ਵਿੱਚ ਅਗਰ ਉਹ ਪ੍ਰਾਈਵੇਟ ਇਲਾਜ ਕਰਾ ਸਕਦਾ ਹੈ ਤਾਂ ਉਹ ਪ੍ਰੋਸੈਸਿੰਗ ਫੀਸ 1050 ਲੈਂਦੀ ਹੈ, ਔਰ ਅਗਰ ਉਹ ਗਵਰਨਮੈਂਟ ਹਸਪੀਟਲ 'ਚ ਹੈ ਤਾਂ ਉਹ 1 ਰੁਪਿਆ ਵੀ ਨਹੀਂ ਲੈਂਦੀ। ਇਹ ਇੱਕ ਸਿਸਟਮ ਜਿਹੜਾ ਇਹ ਚੱਲ ਰਿਹਾ ਹੈ ਇਸ ਟਾਈਮ ਦਿੱਲੀ ਦੇ ਸਿਨੈਰੀਓ ਦੇ ਵਿੱਚ। ਹੁਣ ਲੋਕਡਾਊਨ ਦੇ ਵੇਲੇ ਜਿਹੜੇ ਬਲੱਡ ਕੈਂਪਸ, ਜਿਹੜੀ ਮੈਂ ਗੱਲ ਕੀਤੀ ਸੀ ਉਹੀ ਗੱਲ ਕੀਤੀ ਸੀ ਕਿ ਅੱਜ ਵੀ ਕਈ ਜਿਹੜੇ ਹਸਪੀਟਲਸ ਹੈਗੇ ਨੇ ਉਹ ਖੂਨ ਵੇਚ ਰਹੇ ਨੇ ਕਿ ਜੇਕਰ ਤੁਹਾਡੇ ਕੋਲ ਡੋਨਰ ਨਹੀਂ ਹੈ ਤਾਂ ਉਸਦੀ ਜਿਹੜੀ ਤੁਹਾਨੂੰ ਬਕਾਇਦਾ ਇੱਕ ਫੀਸ ਦੇਣੀ ਪਏਗੀ, ਨਹੀਂ ਤਾਂ ਡੋਨਰ ਲੈ ਕੇ ਆਓ। ਅੱਜ ਉਹ ਜਿਹੜੀ ਚੀਜ਼ ਹੈ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਮਰਦ ਇਨਸਾਨ ਨੂੰ ਜੇਕਰ ਕੋਈ ਬਚਾ ਸਕਦਾ ਹੈ ਤਾਂ ਡਾਕਟਰ ਅਤੇ ਫਿਰ ਖੂਨ। ਅਤੇ ਇਹ ਸਾਡਾ ਜਿਹੜਾ ਐਪੀਸੋਡ ਸੀ ਇਸੇ ਕਰਕੇ ਸੀਗਾ ਕਿ ਲੋਕਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਤਸ਼ਾਹਿਤ ਕੀਤਾ ਜਾ ਸਕੇ ਔਰ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ। ਅੱਜ ਪਲਾਜ਼ਮਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਬਲੱਡ ਬੈਂਕਸ ਵਿੱਚ ਖੂਨ ਦੀ ਬੜੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਅੱਜ ਸਾਡੇ ਬਲੱਡ ਬੈਂਕ ਹੌਲੀ ਹੌਲੀ ਖਾਲੀ ਹੋ ਰਹੇ ਨੇ ਔਰ ਲੋਕਾਂ ਨੂੰ ਬਚਾਉਣ ਦੀ ਸਾਨੂੰ ਜ਼ਰੂਰਤ ਹੈ, ਕਿਉਂਕਿ ਇਨਸਾਨ ਦੀ ਜਾਨ ਜਿਹੜੀ ਹੈ ਸਸਤੀ ਨਹੀਂ ਹੈ, ਬਹੁਤ ਕੀਮਤੀ ਹੈ। ਸਾਨੂੰ ਇਸ ਕੀਮਤੀ ਜਾਨ ਦੀ ਰੱਖਿਆ ਜ਼ਰੂਰ ਕਰਨੀ ਚਾਹੀਦੀ ਹੈ ਔਰ ਰੱਖਿਆ ਜਿਹੜੀ ਹੈ ਸਾਡੇ ਹੱਥ ਵਿੱਚ ਹੀ ਹੈ। ਸੋ ਇੱਥੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਤਿੰਦਰ ਸਿੰਘ ਤੁਹਾਡਾ ਵੀ, ਔਰ ਗੁਰਪ੍ਰੀਤ ਸਿੰਘ ਬਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਇੱਥੇ ਅਦਾ ਕਰਨਾ ਚਾਹਾਂਗਾ। ਰਜਨੀ ਜੀ ਸਾਡੇ ਨਾਲ ਨਹੀਂ ਜੁੜ ਪਾਏ, ਸਾਨੂੰ ਅਫਸੋਸ ਹੈ ਕਿਉਂਕਿ ਉਹਨਾਂ ਦਾ ਨੈਟਵਰਕ ਕਿਤੇ ਨਾ ਕਿਤੇ ਲੱਗਦਾ ਦਿੱਕਤ ਹੋ ਰਹੀ ਹੋਏਗੀ। ਅਸੀਂ ਜ਼ਰੂਰ ਜਦੋਂ ਅਸੀਂ ਅਗਲਾ ਪ੍ਰੋਗਰਾਮ ਕਰਾਂਗੇ ਇੱਕ ਵਾਰ ਫਿਰ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਬਹੁਤ ਬਹੁਤ ਸ਼ੁਕਰੀਆ, ਔਰ ਜੇਕਰ ਮੇਰੇ ਦਰਸ਼ਕ ਮੈਨੂੰ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਨੇ ਜਾਂ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤਾਂ ਜ਼ਰੂਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ info@cktimetv.com। ਮੇਰਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @bhalinder official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ, ਧੰਨਵਾਦ।